ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੇਕੀ ਖਟਾਨੀ ਜੀਅ ਕੀ ਇਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਮਾਨੀ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹਲਾ ਤੀਜਾ। ਮਨ ਮੇਰੇ ਹਰਿ ਕਾ ਨਾਮ ਅਤਿ ਮੀਠਾ। ਜਨਮ ਜਨਮ ਕੇ ਕਿਲ ਵਿਖ ਭਉ ਭੰਜਨ। ਗੁਰਮੁਖ ਏਕੋ ਡੀਠਾ। ਮਨ ਮੇਰੇ ਹਰਿ ਕਾ ਨਾਮ ਅਤਿ ਮੀਠਾ। ਜਨਮ ਜਨਮ ਕੇ ਕਿਲ ਵਿਖ ਭਉ ਭੰਜਨ। ਗੁਰਮੁਖ ਏਕੋ ਡੀਠਾ। ਰਹਾਉ ਕੋਟ ਕੋਟੰਤਰ ਕੇ ਪਾਪ ਵਿਨਾਸਨ।
ਹਰ ਬਿਨ ਅਵਰ ਨਾ ਸੂਝੈ ਦੂਜਾ, ਸਤਿਗੁਰ ਏਕ ਬੁਝਾਇਆ। ਕੋਟ ਕੋਟੰਤਰ ਕੇ ਪਾਪ ਵਿਨਾਸਨ, ਹਰ ਸਾਚਾ ਮਨ ਭਾਇਆ। ਹਰ ਬਿਨ ਅਵਰ ਨਾ ਸੂਝੈ ਦੂਜਾ, ਸਤਿਗੁਰ ਏਕ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰਣਾ ਨਿਧਾਨ, ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਸਰਬੱਤ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ ਉਪਰੰਤ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਹਨ। ਸਭ ਸਹਿ ਉਪਰ ਗੁਰ ਸ਼ਬਦ ਵਿਚਾਰ। ਗੁਰੂ ਸ਼ਬਦ ਦੀ ਵਿਚਾਰ ਕਰਨੀ ਸਭ ਤੋਂ ਸ੍ਰੇਸ਼ਟ ਹੈ, ਜਿਸ ਦੁਆਰਾ ਇਹ ਸਮਝ ਪੈਂਦੀ ਹੈ ਕਿ ਸਤਿਗੁਰਾਂ ਨੇ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ। ਉਵੇਂ ਭਾਵੇਂ ਸਾਰੇ ਹੀ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾਂ ਸਰਵਣ ਕਰਦੇ ਹਾਂ, ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹਾਂ ਜਾਂ ਕੰਨਾਂ ਦੇ ਦੁਆਰਾ ਸੁਣਦੇ ਹਾਂ, ਪਰ ਪੂਰੀ ਤਰ੍ਹਾਂ ਅਰਥਾਂ ਦੀ ਸਮਝ ਨਹੀਂ ਪੈਂਦੀ ਸਤਿਗੁਰਾਂ ਨੇ ਸਾਨੂੰ ਕੀ ਉਪਦੇਸ਼ ਬਖਸ਼ਿਆ ਹੈ। ਪਰ ਜਦੋਂ ਗੁਰੂ ਸ਼ਬਦ ਦੀ ਵਿਚਾਰ ਹੋਵੇ ਉਸ ਸਮੇਂ ਫਿਰ ਇਕੱਲੇ ਇਕੱਲੇ ਅੱਖਰ ਦੀ ਸਮਝ ਪੈਂਦੀ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤੇ ਹਨ ਗੁਰਬਾਣੀ ਵਿੱਚ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਜੀਵ ਨਿਹਾਲ ਹੋ ਜਾਂਦਾ ਜੇ ਇੱਕ ਅੱਖਰ ਵੀ ਸਤਿਗੁਰਾਂ ਦੇ ਉਪਦੇਸ਼ ਦਾ ਹਿਰਦੇ ਅੰਦਰ ਦ੍ਰਿੜ ਹੋ ਜਾਵੇ। ਇੱਕ ਇੱਕ ਅੱਖਰ ਦੀ ਸਤਿਗੁਰਾਂ ਦੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਇਹ ਸਮਝ ਪੈਂਦੀ ਹੈ। ਜਦੋਂ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾਵੇ ਤਾਂ ਹੀ ਸਤਿਗੁਰਾਂ ਨੇ ਵਚਨ ਕੀਤੇ ਨੇ, ਸਭ ਤੇ ਉੱਤਮ ਹਰਿ ਕੀ ਕਥਾ, ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਦੇਹ ਨਿਕਟ ਨ ਆਵੈ। ਮਨੁੱਖ ਬੁਰੇ ਕਰਮ ਕਰਨਾ ਤੋਂ ਵੀ ਸਾਧ ਸੰਗਤ ਫਿਰ ਗੁਰੇਜ਼ ਕਰਨ ਲੱਗ ਪੈਂਦਾ ਜਦੋਂ ਗੁਰੂ ਸ਼ਬਦ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ, ਜਿਸ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਤਾੜਦੇ ਹੈ, ਇਹ ਪ੍ਰਾਣਾ ਤਾਰੇ ਜੀ, ਬਹੁਤ ਲੰਮੇਰੇ ਸਮੇਂ ਬਾਅਦ ਪਰਮਾਤਮਾ ਨੇ ਤੈਨੂੰ ਅਮੋਲਕ ਜੀਵਨ ਦਾਨ ਇਹ ਮਨੁੱਖਾ ਬਖਸ਼ਿਸ਼ ਕੀਤਾ ਹੈ। ਇਸ ਲਈ ਇਹਨੂੰ ਸਫਲਿਆਂ ਕਰਨ ਵਾਸਤੇ ਤੂੰ ਬੁਰੇ ਕਰਮਾਂ ਤੋਂ ਗੁਰੇਜ਼ ਕਰਨਾ ਹੈ, ਪਾਪ ਕਰਮਾਂ ਤੋਂ ਅਵੇਸਲੇ ਹੋ ਕਰਕੇ ਰਹਿਣਾ ਹੈ, ਅਵਗੁਣਾਂ ਨੂੰ ਵਿਸਾਰਨਾ ਹੈ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੈ, ਮੰਦ ਕਰਮਾਂ ਨੂੰ ਛੱਡ ਕੇ ਚੰਗੇ ਕਰਮਾਂ ਨੂੰ ਕਮਾਉਣਾ ਹੈ। ਇਹ ਸਾਰੇ ਵਿਚਾਰ ਗੁਰੂ ਸ਼ਬਦ ਦੇ ਸਾਧ ਸੰਗਤ ਅਰਥ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਹੀ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਸਮਝ ਪੈਂਦੀ ਹੈ। ਐਸੀ ਸਿੱਖਿਆ, ਐਸਾ ਗਿਆਨ, ਐਸੀ ਸਿਖਿਆਤਤਾ ਤਾਂ ਹੀ ਸਾਧ ਸੰਗਤ ਹੁੰਦੀ ਜੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਜਾਵੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਪਿਆਰ ਸਤਿਕਾਰ ਨਾਲ ਹੋਰ ਵੀ ਕੋਈ ਸਮਾਂ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਕਰਨ ਲਈ ਗੁਰੂ ਚਰਨਾਂ ਵਿੱਚ ਭਾਵਨਾ ਨਾਲ ਕੁਝ ਪਲ ਹੋਰ ਵੀ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ।
ਮਨ ਦੀ ਇਕਾਗਰਤਾ ਬਣਾਉਣ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਅਦਬ ਸਹਿਤ ਝੁਕਾਓ ਸੀਸ, ਕਰੋ ਰਸਨਾ ਪਵਿੱਤਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਤੀਜਾ। ਮਨ ਮੇਰੇ ਹਰਿ ਕਾ ਨਾਮ ਅਤਿ ਮੀਠਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਤੀਸਰੇ ਸਰੂਪ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1233 ਅੰਗ ਤੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਸੰਬੋਧਨ ਕੀਤਾ ਹੈ। ਹੇ ਪਿਆਰੇ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਆਦਿ ਅਤੇ ਅੰਤ ਬਹੁਤ ਜ਼ਿਆਦਾ ਮਿੱਠਾ ਹੈ, ਮਿਠਾਸ ਭਰਿਆ ਹੈ। ਪਰ ਸਾਧ ਸੰਗਤ, ਸਾਨੂੰ ਤਾਂ ਕਦੇ ਅਜਿਹਾ ਹੋਇਆ ਨਹੀਂ, ਲੱਗਾ ਨਹੀਂ ਮਨ ਵਿੱਚ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਿੱਠਾ ਹੋ ਸਕਦਾ ਹੈ। ਇਹ ਕਿਹੜਾ ਕੋਈ ਪਦਾਰਥ ਹੈ। ਪਰ ਸਾਧ ਸੰਗਤ ਹੁੰਦਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਜੋ ਅੰਤਰਮੁਖੀ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਚੱਖਦੇ ਹਨ, ਪਦਾਰਥ ਜਾਣ ਕਰਕੇ ਕਿ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਭੋਜਨ ਹੈ, ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਅੰਮ੍ਰਿਤ ਵਤ ਇਹ ਪਦਾਰਥ ਹੈ। ਜਿਵੇਂ ਗੁਰੂ ਕੀ ਬਾਣੀ ਵਿੱਚ ਹਜ਼ੂਰ ਨੇ ਫਰਮਾਨ ਕੀਤਾ, ਅੰਮ੍ਰਿਤ ਬਾਣੀ ਆਮਿਓ ਰਸ, ਅੰਮ੍ਰਿਤ ਹਰਿ ਕਾ ਨਾਉ। ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਬੀ ਬਾਣੀ, ਅਕਾਲੀ ਬਾਣੀ ਵੀ ਅੰਮ੍ਰਿਤ ਦੀ ਤਰ੍ਹਾਂ ਮਿਠਾਸ ਦੇਣ ਵਾਲੀ ਹੈ। ਨਾਮਵੇਂ ਸਤਿਗੁਰੂ ਜੀ ਦਾ ਜੋ ਦੀਖਿਆ ਦਾਨ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰਨੀ, ਇਹ ਅੰਮ੍ਰਿਤ ਵਰਗਾ ਮਿਠਾਸ ਭਰਾ ਹੈ। ਪਰ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਜੋ ਬਾਹਰੀ ਰਸਾਂ ਕਸਾਂ ਨੂੰ ਤਿਆਗ ਕੇ ਅੰਤਰਮੁਖੀ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਚੱਖਦੇ ਹਨ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਅੰਮ੍ਰਿਤ ਦੀ ਧਾਰਾਂ ਦੇ ਵਾਂਗ ਇਹ ਗੁਰੂ ਕੀ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਭਜਨ ਕਰਦੇ, ਫਿਰ ਉਹ ਮੁਕਤੀ ਦੇ ਦੁਆਰ ਤੇ ਪਹੁੰਚ ਜਾਂਦੇ ਨੇ। ਗੁਰਮੁਖ ਪਿਆਰੇ, ਜੋ ਐਸੇ ਸੰਸਾਰ ਦੇ ਰਸਾਂ ਕਸਾਂ ਨੂੰ, ਜਿਹੜੇ ਸਵਾਦ ਦੇ ਪਦਾਰਥ ਹਨ, ਇਹਨਾਂ ਨੂੰ ਫਿੱਕੇ ਜਾਣ ਕਰਕੇ ਵਾਹਿਗੁਰੂ ਦੇ ਪਰਮ ਰਸ ਨੂੰ ਚੱਖ ਲੈਂਦੇ ਹਨ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ ਗੁਰਬਾਣੀ ਵਿੱਚ ਹਜ਼ੂਰ ਨੇ ਉਚਾਰਨ ਕੀਤਾ। ਕਹਿੰਦੇ ਕਿ ਸੰਸਾਰ ਦੇ ਅੰਦਰ ਵਿਖ ਜ਼ਹਿਰ ਦੀ ਤਰ੍ਹਾਂ ਮਾਇਆ ਜਿਹੜੀ ਕੜਤਨ ਰੂਪ ਹੋ ਕਰਕੇ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਵਿੱਚ ਵੀ ਵਰਤ ਰਹੀ ਹੈ ਅੰਤਰਮੁਖੀ ਹੋ ਕੇ। ਪਰ ਕੋਈ ਵਿਰਲੇ ਹੀ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਇਹਦੀ ਵਿਚਾਰ ਕੀਤੀ ਹੈ ਕਿ ਹੇ ਮਾਇਆ ਤੂੰ ਕੌੜੀ ਹੈ, ਤੂੰ ਕੌੜਤਨ ਰੂਪ ਹੈ। ਪਰਮੇਸ਼ਰ ਦਾ ਨਾਮ ਮਿੱਠਾ ਹੈ, ਮਿਠਾਸ ਭਰਿਆ ਹੈ। ਨਾਨਕ ਜਨ ਵਿਚਾਰਿਆ ਮੀਠਾ ਹਰਿ ਕਾ ਨਾਉ। ਜਿਨ੍ਹਾਂ ਨੇ ਵਿਚਾਰ ਕੀਤੀ ਹੈ, ਗੁਰੂ ਸ਼ਬਦ ਦੇ ਵਿਚਾਰ ਦੁਆਰਾ ਹੀ ਐਸੀ ਸਮਝ ਪਈ ਕਿ ਵਿਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਜਿਹੜੇ ਵਿਸ਼ੇ ਇਹ ਵੀ ਫਿੱਕੇ ਹਨ, ਕੌੜੇ ਹੈ, ਪਦਾਰਥ ਹਨ। ਉਹਨਾਂ ਦਾ ਸਵਾਦ ਭਾਵੇਂ ਤੁਛ ਮਾਤਰ ਵਾਸਤੇ ਮਿੱਠਾ ਜਾਪਦਾ ਹੈ, ਪਰ ਫਿਰ ਬਾਅਦ ਵਿੱਚ ਉਹਨਾਂ ਦਾ ਜਿਹੜਾ ਫਲ ਹੈ ਨਾ, ਉਹ ਕੌੜਾ ਹੀ ਭੁਗਤਣਾ ਪੈਂਦਾ ਹੈ, ਭਾਵ ਦੁਖੀ ਹੋਣਾ ਪੈਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਭਗਤ ਰਸਨਾ ਦੁਆਰਾ ਵੀ ਸ਼ਲੋਕ ਉਚਾਰਨ ਕੀਤਾ ਕਿ ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਵਾਹਿਗੁਰੂ ਦੇ ਨਾਮ ਨੂੰ ਮਿੱਠਾ ਜਾਣ ਕੇ ਚੱਖਦੇ ਨੇ, ਉਹ ਫਿਰ ਉਹਨਾਂ ਨੂੰ ਦੁਨੀਆ ਦੇ ਪਦਾਰਥ ਫਿੱਕੇ ਲੱਗਣ ਲੱਗ ਪੈਂਦੇ ਹਨ। ਭਗਤ ਫਰੀਦ ਸਾਹਿਬ ਜੀ ਨੇ ਆਪਣੀ ਮਾਂ ਨੂੰ ਜਵਾਬ ਦਿੱਤਾ ਸੀ ਪੁੱਛਣ ਤੇ ਕਿ ਐ ਪੁੱਤਰ, ਜਦੋਂ ਲਗਭਗ 12 ਸਾਲ ਲਗਾਤਾਰ ਸਾਧ ਸੰਗਤ ਜੰਗਲ ਵਿੱਚ ਕਾਲਣਾ ਕਾਲ ਕੇ ਤਪ ਕਰਕੇ ਆਏ, ਭਗਤੀ ਕਰਕੇ ਆਏ ਸਨ, ਸਿਆਣੀ ਮਾਂ ਨੇ ਜਾਣਦੀ ਸੀ ਕਿ ਮੇਰਾ ਪੁੱਤਰ ਫਰੀਦ ਇਹ ਮਿੱਠੇ ਪਦਾਰਥ ਛਕਣ ਦਾ ਬੜਾ ਸ਼ੌਕੀਨ ਹੈ, ਬੜਾ ਖੁਸ਼ ਹੋ ਕਰਕੇ ਛਕਦਾ ਹੈ, ਤੇ ਸਾਰੇ ਮਿੱਠੇ ਪਦਾਰਥ ਬਣਾ ਲਏ ਖੁਸ਼ੀ ਦੇ ਵਿੱਚ ਕਿ ਮੇਰਾ ਪੁੱਤਰ ਅੱਜ ਘਰ ਦੇ ਵਿੱਚ ਆਇਆ ਕਿੰਨੇ ਲੰਮੇ ਸਮੇਂ ਬਾਅਦ। ਜਦੋਂ ਸਾਰੇ ਮਿੱਠੇ ਮਿੱਠੇ ਪਕਵਾਨ ਛਕਾ ਕੇ ਪੁੱਛਿਆ ਕਿ ਐ ਪੁੱਤਰ ਦੱਸ ਖਾਂ,
ਇਹਨਾਂ ਪਦਾਰਥਾਂ ਦੇ ਵਿੱਚੋਂ ਵਾਹਿਗੁਰੂ ਦੇ ਨਾਮ ਵਰਗਾ ਰਸ ਕਿਹੜੇ ਪਦਾਰਥ ਵਿੱਚੋਂ ਤੈਨੂੰ ਆਇਆ ਹੈ? ਅੱਗੋਂ ਫਿਰ ਇਹ ਸ਼ਲੋਕ ਉਚਾਰਨ ਕਰਕੇ ਜਵਾਬ ਦਿੱਤਾ ਹੈ, ਮਾਤਾ ਜੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਹੇ ਮਾਂ, ਇਹ ਆਪੋ ਆਪਣੇ ਥਾਂ ਤੇ ਸਾਰੇ ਪਦਾਰਥ ਮਿੱਠੇ ਹੈ, ਪਰ ਜੇ ਕਹੋ ਕਿ ਵਾਹਿਗੁਰੂ ਦੇ ਨਾਮ ਦੇ ਰਸ ਦੀ ਬਰਾਬਰੀ ਕਰ ਦੇਵੇ, ਇਹ ਨਾਮੁਮਕਿਨ ਹੈ, ਇਹ ਨਹੀਂ ਕਦੇ ਹੋ ਸਕੇਗਾ। ਪਰਮੇਸ਼ਰ ਦਾ ਨਾਮ ਸਭ ਤੋਂ ਵੱਧ ਕਰਕੇ ਪਿਆਰਾ ਹੈ, ਮਿੱਠਾ ਹੈ, ਮਿਠਾਸ ਭਰਿਆ ਹੈ, ਕਿਉਂਕਿ ਦੁਨੀਆ ਦੇ ਪਦਾਰਥ ਜਿਹੜੇ ਮਿੱਠੇ ਹੈ ਨਾ, ਥੋੜ੍ਹੇ ਸਮੇਂ ਬਾਅਦ ਫਿਰ ਉਹਨਾਂ ਵਿੱਚੋਂ ਕੌੜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤਾ, ਇਸ ਲਈ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਮਿੱਠਾ ਜਾਣ ਕਰਕੇ ਚੱਖਦੇ ਨੇ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ, ਮਨ ਮੇਰੇ ਹਰ ਕਾ ਨਾਮ ਅਤਿ ਮਿੱਠਾ। ਇਹ ਮੇਰੇ ਮਨਾ ਅਤਿਅੰਤ ਬਹੁਤ ਜ਼ਿਆਦਾ ਮਿੱਠਾ ਹੈ ਵਾਹਿਗੁਰੂ ਦਾ ਨਾਮ, ਚੱਖ ਕਰਕੇ ਤਾਂ ਦੇਖਣਾ ਕਰ। ਜਨਮ ਜਨਮ ਕੇ ਕਿਲ ਵਿਖ ਭਉ ਭੰਜਨ, ਜਿਸ ਵਾਹਿਗੁਰੂ ਦਾ ਨਾਮ ਜਪਣੇ ਕਰਕੇ ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਕਮਾਏ ਹੋਏ ਜਿਹੜੇ ਬੱਜਰ ਪਾਪ ਹੈ ਉਹ ਦੂਰ ਹੋ ਜਾਂਦੇ ਨੇ। ਭਉ ਵੀ ਭੰਜ ਦਿੰਦਾ ਹੈ ਵਾਹਿਗੁਰੂ ਦਾ ਨਾਮ, ਐਸਾ ਇਹਦਾ ਪ੍ਰਤਾਪ ਹੈ। ਅਥਵਾ ਇਹ ਮਹਾਰਾਜ ਨਾਮ ਕਿਹਦਾ ਹੈ ਜਿਹਦਾ ਇੰਨਾ ਜ਼ਿਆਦਾ ਮਿੱਠਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਭ ਡਰਾਂ ਨੂੰ ਦੂਰ ਕਰਨ ਵਾਲਾ ਹੈ, ਸਭ ਭਾਵ ਨੂੰ ਭੰਜਣ ਵਾਲਾ ਹੈ, ਜੰਮਣ ਮਰਨ ਦੇ ਭੈ ਨੂੰ ਨਾਸ਼ ਕਰਨ ਵਾਲਾ ਹੈ, ਕਮਾਏ ਹੋਏ ਬੱਜਰ ਪਾਪ ਜਿਹੜੇ ਉਹਨਾਂ ਦੀ ਨਿਵਰਤੀ ਕਰਨ ਵਾਲਾ, ਐਸਾ ਜੋ ਪਰਮਾਤਮਾ ਦਾ ਸਰੂਪ ਹੈ, ਉਸ ਵਾਹਿਗੁਰੂ ਦਾ ਨਾਮ ਅਤਿਅੰਤ ਮਿੱਠਾ ਹੈ। ਜਿਵੇਂ ਸਾਧ ਸੰਗਤ ਚਾਰ ਬੱਜਰ ਪਾਪ ਪ੍ਰਮੁੱਖ ਮੰਨੇ ਗਏ ਹਨ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਕਿਸੇ ਬ੍ਰਾਹਮਣ ਦੀ ਹੱਤਿਆ ਕਰ ਦੇਣੀ, ਫਿਰ ਗਊ ਦੀ ਹੱਤਿਆ ਕਰਨੀ, ਗਊ ਵੱਧ ਜਿਹਨੂੰ ਆਖਿਆ ਜਾਂਦਾ ਹੈ। ਜਿਵੇਂ ਲਾਹੌਰ ਦੇ ਵਿੱਚ ਗਊਆਂ ਮਾਰਦੇ ਸਨ, ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਾਪ ਦਿੱਤਾ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਾਵਾ ਪਹਿਰ। ਆਪਸ ਵਿੱਚ ਹੀ ਕੱਟ ਵੱਢ ਕੇ ਲੜਦੇ ਮਰਦੇ ਰਹਿੰਦੇ ਸਨ। ਐਸਾ ਜਿਹੜਾ ਗਊ ਵੱਧ ਕਰਨਾ, ਗਊ ਦੀ ਹੱਤਿਆ ਕਰਨੀ ਹੈ। ਫਿਰ ਕਹਿੰਦੇ ਹਨ, ਜਿਵੇਂ ਧੀਆਂ ਨੂੰ ਸਾਧ ਸੰਗਤ ਵੇਚ ਕਰਕੇ ਉਹਨਾਂ ਦੇ ਪੈਸੇ ਲੈ ਲੈਣੇ, ਜਾਂ ਫਿਰ ਧੀਆਂ ਨੂੰ ਮਾਰ ਦੇਣਾ, ਕਿਸੇ ਨੂੰ ਪੈਸੇ ਦੇ ਕੇ ਮਰਵਾ ਦੇਣਾ। ਔਰ ਅੱਜ ਦੇ ਨਵੀਨ ਯੁੱਗ ਦੇ ਵਿੱਚ ਸਾਧ ਸੰਗਤ ਗਰਭ ਟੈਸਟ ਕਰਾ ਕੇ ਤੇ ਮਾਤਾ ਦੇ ਗਰਭ ਦੇ ਵਿੱਚ ਹੀ ਧੀਆਂ ਨੂੰ ਮਰਵਾ ਦਿੱਤਾ ਜਾਂਦਾ ਹੈ। ਇਹ ਬਹੁਤ ਵੱਡੀ ਹੱਤਿਆ ਹੈ, ਭਰੂਣ ਹੱਤਿਆ। ਹੁਣ ਤੇ ਜਨਮ ਹੀ ਨਹੀਂ ਹੋਣ ਦਿੰਦੇ, ਮਾਤਾ ਦੇ ਗਰਭ ਦੇ ਵਿੱਚ ਹੀ ਸਾਧ ਸੰਗਤ ਧੀਆਂ ਨੂੰ ਮਾਰ ਦਿੱਤਾ ਜਾਂਦਾ ਹੈ। ਇਹ ਬਹੁਤ ਵੱਡੀ ਹੱਤਿਆ, ਘੋਰ ਇਹ ਵੱਡਾ ਪਾਪ ਹੈ। ਅਣਚਾਰੀ ਕਾ ਧਾਨ। ਤੇ ਜਿਹੜਾ ਮਨੁੱਖ ਨੇ ਕਦੇ ਵੀ ਕੋਈ ਬੰਦਗੀ ਨਾ ਕੀਤੀ ਹੋਵੇ, ਜ਼ਿੰਦਗੀ ਵਿੱਚ ਕਹਿ ਲਈਏ ਕਿ ਕਦੇ ਵੀ ਕੋਈ ਚੰਗਾ ਕੰਮ ਨਾ ਕੀਤਾ ਹੋਵੇ, ਇੱਕ ਨੰਬਰ ਦਾ ਪਾਪੀ ਤੇ ਦੁਰਾਚਾਰੀ ਹੋਵੇ, ਉਹਦਾ ਧਾਨ ਲੈ ਕਰਕੇ ਉਹਦੇ ਹੱਥੋਂ ਜਾਂ ਕੋਈ ਪਦਾਰਥ ਲੈ ਕੇ ਛਕ ਲੈਣੇ, ਉਹਦੀ ਧਨ ਦੌਲਤ ਲੈ ਕਰਕੇ ਖਾ ਲੈਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਵੱਡੇ ਐਸੇ ਇਹ ਪਾਪ ਕਰਨੇ ਹੈ। ਇਹ ਜਿਹੜੇ ਕਿਲ ਵਿਖ ਕਮਾਏ ਹੋਏ ਜਿਹੜੇ ਬੱਜਰ ਪਾਪ ਹਨ, ਇਹਨਾਂ ਦੀ ਨਿਵਰਤੀ ਕਰਨ ਵਾਲਾ ਜਿਸ ਪਰਮਾਤਮਾ ਦਾ ਪ੍ਰਤਾਪ ਐਸਾ ਵੱਢ ਕਰਕੇ ਸਰੂਪ ਹੈ, ਉਸ ਵਾਹਿਗੁਰੂ ਜੀ ਦਾ ਨਾਮ ਸਦੀਵ ਕਾਲ ਵਾਸਤੇ ਸੱਚਾ ਹੈ। ਸਤਿਗੁਰਾਂ ਨੇ ਵਚਨ ਕੀਤਾ, ਜਨਮ ਜਨਮ ਕੇ ਕਿਲ ਵਿਖ ਭਾਉ ਭੰਜਨ। ਸਭ ਡਰਾਂ ਨੂੰ ਦੂਰ ਕਰਨ ਵਾਲਾ ਹੈ। ਔਰ ਸੰਸਾਰ ਦੇ ਜੰਮਣ ਮਰਨ ਦੇ ਸਾਧ ਸੰਗਤ ਜਿਹੜਾ ਕਾਰਨ ਬੱਜਰ ਪਾਪ ਹੈ, ਉਹਨਾਂ ਦੀ ਨਿਵਰਤੀ ਕਰਨ ਵਾਲਾ, ਜੰਮਣ ਮਰਨ ਨੂੰ ਮਿਟਾਉਣ ਵਾਲਾ ਹੈ। ਗੁਰਮੁਖ ਏਕੋ ਡੀਠਾ। ਉਹ ਗੁਰਾਂ ਦੇ ਮੁਖ ਦੁਆਰਾ ਇੱਕ ਪਰਮਾਤਮਾ ਡੀਠਾ ਦੇਖਿਆ ਜਾ ਸਕਦਾ ਹੈ। ਜਾਂ ਇਉਂ ਕਹਿ ਲਈ ਕਿ ਗੁਰਮੁਖ ਜਨਾਂ ਨੇ ਇੱਕ ਉਸ ਪਰਮਾਤਮਾ ਨੂੰ ਦੇਖਿਆ ਹੈ। ਹਰ ਇੱਕ ਜੀਵ ਦੇ ਅੰਦਰ ਇਹ ਪਰਮਾਤਮਾ ਸਭ ਦੁੱਖਾਂ ਨੂੰ ਭੰਜਣ ਵਾਲਾ, ਸਭ ਡਰਾਂ ਨੂੰ ਦੂਰ ਕਰਨ ਵਾਲਾ ਹੈ ਪਰਮੇਸ਼ਰ ਤੂੰ ਆਪ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਸਾਧ ਸੰਗਤ ਉਹਨਾਂ ਗੁਰਮੁਖ ਪਿਆਰਿਆਂ ਦੇ ਕਰੋੜਾਂ ਹੀ ਜਨਮਾਂ ਦੇ, ਕਰੋੜਾਂ ਹੀ ਕਮਾਏ ਹੋਏ, ਕਰੋੜਾਂ ਤਰ੍ਹਾਂ ਕਰਕੇ ਜਿਹੜੇ ਪਾਪ ਸਨ ਸਭ ਦੂਰ ਕਰ ਦਿੱਤੇ ਹੈ।
ਕੋਟ ਕੋਟ ਅੰਤਰ ਕੇ ਪਾਪ ਵਿਨਾਸ਼ਨ। ਵਿਨਾਸ਼ਨ ਵਿਸ਼ੇਸ਼ ਕਰਕੇ ਵਾਹਿਗੁਰੂ ਨੇ ਉਹਨਾਂ ਦੀ ਨਾਸ਼ ਕਰ ਦਿੱਤਾ, ਨਿਵਰਤ ਕਰ ਦਿੱਤੇ ਹਨ ਉਹਨਾਂ ਗੁਰਮੁਖ ਪਿਆਰਿਆਂ ਦੇ, ਜੋ ਪੂਰਬਲੇ ਕਰੋੜਾਂ ਹੀ ਜਨਮਾਂ ਦੇ ਵਿੱਚ ਕਰੋੜਾਂ ਹੀ ਜੂਨਾਂ ਧਾਰਨ ਕਰ ਕਰਕੇ ਕਰੋੜਾਂ ਹੀ ਪਾਪ ਕਰਮ ਕਰਦੇ ਰਹੇ ਸਨ। ਕਰੋੜਾਂ ਤਰ੍ਹਾਂ ਕਰਕੇ ਕਰੋੜਾਂ ਪ੍ਰਕਾਰਾਂ ਦੇ ਇਵੇਂ ਕਈ ਤਰ੍ਹਾਂ ਦੇ ਜਿਹੜੇ ਪਾਪ ਕਰਮ ਕਰਦੇ ਸਨ, ਵਾਹਿਗੁਰੂ ਨੇ ਉਹਨਾਂ ਗੁਰਮੁਖਾਂ ਦੇ ਨਾਸ਼ ਕਰ ਦਿੱਤੇ ਹਨ। ਹਰ ਸਾਚਾ ਮਨ ਭਾਇਆ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਸੱਚਾ ਪ੍ਰਮਾਤਮਾ ਭਾਗਿਆ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਭਾਗਿਆ ਪਿਆਰਾ ਲੱਗਾ ਹੈ, ਉਹਨਾਂ ਗੁਰਮੁਖਾਂ ਦੇ ਵਡਭਾਗੇ ਪੁਰਖਾਂ ਦੇ ਵਾਹਿਗੁਰੂ ਨੇ ਸਭ ਪਾਪ ਦੂਰ ਕਰ ਦਿੱਤੇ ਹਨ। ਹਰ ਬਿਨ ਅਵਰ ਨਾ ਸੁਝੈ ਦੂਜਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਬਿਨਾ ਹੋਰ ਕੋਈ ਦੂਸਰਾ ਉਹਨਾਂ ਨੂੰ ਸੁਝਦਾ ਨਹੀਂ, ਪਾਪ ਦਿਸਦਾ ਨਹੀਂ ਹੈ। ਸਭ ਜੀਵਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੀ ਦੇਖਦੇ ਹਨ, ਸਭਨਾਂ ਦੇ ਅੰਦਰ ਇੱਕ ਪ੍ਰਮਾਤਮਾ ਦੀ ਜੋਤ ਨੂੰ ਦੇਖਦੇ ਹੈ। ਐਸੀ ਸੂਝ ਇਹਨਾਂ ਨੂੰ ਗਿਆਤ ਆ ਗਈ ਹੈ ਕਿ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਖੋ ਕਰਕੇ ਵਰਤ ਰਹੇ ਹੋ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹਰ ਬਿਨ ਆਵਰ ਨਾ ਸੂਝੈ ਦੂਜਾ। ਇੱਕ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਵੱਧ ਕੇ ਨਹੀਂ ਜਾਣਦੇ ਕਿ ਪ੍ਰਮਾਤਮਾ ਤੂੰ ਹੈ, ਤੇਰੇ ਤੋਂ ਬਿਨਾਂ ਕੋਈ ਪਰਮੇਸ਼ਰ ਹੋਰ ਕੋਈ ਵੀ ਨਹੀਂ ਹੈ। ਐਸੇ ਉਹ ਗੁਰਮੁਖ ਪਿਆਰਿਆਂ ਦਾ ਜੀਵਨ ਹੈ। ਸਤਿਗੁਰ ਏਕ ਪੁਜਾਇਆ, ਕਿਉਂਕਿ ਜਿਨ੍ਹਾਂ ਸਤਿਗੁਰਾਂ ਦੀ ਉਹਨਾਂ ਗੁਰਮੁਖਾਂ ਨੇ ਸ਼ਰਨ ਗ੍ਰਹਿਣ ਕੀਤੀ ਹੈ ਨਾ, ਸਾਧ ਸੰਗਤ ਇਹੋ ਹੀ ਗੱਲ ਬੁਝਾਈ ਹੈ ਕਿ ਭਲਿਆ ਇੱਕ ਪਰਮਾਤਮਾ ਹੀ ਹੈ, ਜਿਸ ਪਰਮੇਸ਼ਰ ਦੇ ਕਰਕੇ ਸਾਰਾ ਜਗਤ ਦਾ ਪਸਾਰਾ ਹੈ। ਜੋ ਖੰਡ ਬ੍ਰਹਮੰਡ ਜੋ ਕੁਝ ਦਿਸਦਾ ਤੇ ਜੋ ਕੁਝ ਵੀ ਸੁਣਦਾ ਹੈ, ਕੇਵਲ ਇੱਕ ਪਰਮਾਤਮਾ ਕਰਕੇ ਹੈ। ਫਿਰ ਜੀਵਾਂ ਦਾ ਜਨਮ ਹੁੰਦਾ ਹੈ, ਜੀਵਾਂ ਦੀ ਪਰਵਰਿਸ਼ ਹੁੰਦੀ, ਜੀਵਾਂ ਦੀ ਲੈਤਾ ਹੁੰਦੀ, ਕੇਵਲ ਇੱਕ ਪਰਮਾਤਮਾ ਕਰਕੇ ਹੈ। ਇਹ ਸਤਿਗੁਰੂ ਜੀ ਨੇ ਐਸੀ ਬੂਝ ਨੂੰ ਬੁਝਾਇਆ ਹੈ, ਇੱਕ ਪਿਆਰੇ ਪਰਮਾਤਮਾ ਦੀ ਗਿਆਤ ਬਖਸ਼ੀ ਹੈ। हे ਪ੍ਰਾਣਾ ਤਾਰੇ ਜੀਵ, ਇੱਕ ਪਰਮੇਸ਼ਰ ਆਪ ਹੀ ਸਭ ਜੀਵਾਂ ਰੂਪ ਹੋ ਕੇ ਵਰਤ ਰਿਹਾ ਹੈ। ਇਸ ਲਈ ਗੁਰਮੁਖ ਪਿਆਰਿਆਂ ਨੂੰ ਐਸੀ ਸੋਝੀ ਆਈ ਹੈ, ਜਿਸ ਕਰਕੇ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਦੂਸਰੇ ਨੂੰ ਕਿਸੇ ਨੂੰ ਜਾਣਦੇ ਨਹੀਂ ਹਨ। ਪਦਾਰਥ ਜਿਨ ਘਟ ਵਸਿਆ, ਸਾਧ ਸੰਗਤ ਜਿੱਥੇ ਦੁਨੀਆ ਦੇ ਪਦਾਰਥ ਬੜੇ ਬੜੇ ਅਮੋਲਕ ਮੰਨੇ ਜਾਂਦੇ ਹਨ, ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰੇਮ ਰੂਪੀ ਪਦਾਰਥ ਸਭ ਤੋਂ ਅਮੋਲਕ ਹੈ। ਦੁਨੀਆ ਦੇ ਵਿੱਚ ਹੀਰੇ ਜਵਾਹਰਾਤ ਮੋਤੀ ਕਿੰਨੇ ਅਮੋਲ ਗਿਣੇ ਜਾਂਦੇ, ਪਰ ਉਹਨਾਂ ਦਾ ਮੁੱਲ ਪੈ ਜਾਂਦਾ ਹੈ। ਪ੍ਰੇਮ ਦਾ ਪਦਾਰਥ ਜੋ ਹੈ ਇਹ ਕਦੇ ਕਿਸੇ ਤੋਂ ਮੁੱਲ ਨਹੀਂ ਲਿਆ ਜਾ ਸਕਦਾ। ਇਹ ਅਮੋਲਕ ਦਾਤ ਹੈ ਵਾਹਿਗੁਰੂ ਦੀ। ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ, ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਬਖਸ਼ਿਸ਼ ਕਰਦਾ ਹੈ। ਤੇ ਸਾਧ ਸੰਗਤ ਪ੍ਰੇਮ ਐਸੀ ਅਮੋਲਕ ਦਾਤ ਹੈ, ਜਿਵੇਂ ਪਰਮਾਤਮਾ ਦੇ ਸਰੂਪ ਨੂੰ ਨਾ ਤੋਲਿਆ ਜਾ ਸਕਦਾ, ਨਾ ਮਾਪਿਆ ਜਾ ਸਕਦਾ, ਨਾ ਗਿਣਿਆ ਜਾ ਸਕਦਾ, ਨਾ ਧਨ ਪਦਾਰਥਾਂ ਦੇ ਵੱਡੇ ਸੱਤੇ ਸਾਧ ਸੰਗਤ ਪ੍ਰਾਪਤ ਕੀਤਾ ਜਾ ਸਕਦਾ ਹੈ। ਇਵੇਂ ਪ੍ਰੇਮ ਵੀ ਇੱਕ ਅਮੋਲਕ ਵਡਮੁੱਲੀ ਦਾਤ ਹੈ। ਤਾਂ ਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਸਾਜ ਕਹੋ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪਰਮਾਤਮਾ ਦਾ ਸਰੂਪ ਅਮੋਲਕ ਹੈ ਤੇ ਸਾਧ ਸੰਗਤ ਅਮੋਲਕ ਪਦਾਰਥ ਦੁਆਰਾ ਹੀ ਉਹਦੇ ਵੱਡੇ ਸੱਦੇ ਪਰਮਾਤਮਾ ਨੂੰ ਪਾਇਆ ਜਾਵੇਗਾ ਕਿ ਦੁਨੀਆ ਦੇ ਮਾਇਕੀ ਪਦਾਰਥਾਂ ਬਦਲੇ ਨਹੀਂ। ਜੇ ਵਾਹਿਗੁਰੂ ਜੀ ਦਾ ਸਰੂਪ ਅਮੋਲਕ ਹੈ, ਵਡਮੁੱਲਾ ਹੈ, ਸਭ ਤੋਂ ਉੱਚਾ ਤੇ ਸੁੱਚਾ ਹੈ, ਇਸੇ ਤਰ੍ਹਾਂ ਸਾਧ ਸੰਗਤ ਪਰਮਾਤਮਾ ਦਾ ਪਿਆਰ ਸਭ ਤੋਂ ਉੱਚਾ ਤੇ ਸੁੱਚਾ ਹੈ, ਸਭ ਤੋਂ ਵਡਮੁੱਲਾ ਅਤੇ ਅਮੋਲਕ ਹੈ। ਪਰ ਹਜ਼ੂਰ ਨੇ ਬਚਨ ਕੀਤਾ, ਕੋਈ ਵਿਰਲੇ ਹੀ ਗੁਰਮੁਖ ਪਿਆਰੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਪਦਾਰਥ ਆ ਕੇ ਵਸਿਆ ਹੈ। ਸਹਿਜੇ ਰਹੇ ਸਮਾਈ, ਉਹ ਸੁਦੇ ਸਿੱਧ ਹੀ ਫਿਰ ਪਰਮਾਤਮਾ ਦੇ ਵਿੱਚ ਸਮਾਏ ਹਨ। ਉਹ ਮਨ ਬਿਰਤੀ ਕਰਕੇ ਸਦਾ ਹੀ ਵਾਹਿਗੁਰੂ ਦੇ ਵਿੱਚ ਸਮਾਏ ਰਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਸੱਚਾ ਪ੍ਰੇਮ ਪਦਾਰਥ ਵਸ ਗਿਆ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਸ਼ਬਦ ਦੀ ਵਿਚਾਰ ਦੇ ਵਿੱਚ ਹਰ ਸਮੇਂ ਤਦਾਕਾਰ ਹੋ ਕੇ ਰਹਿੰਦੇ ਹਨ, ਉਹਨਾਂ ਦੇ ਸਿਰ ਦੇ ਅੰਦਰ ਭਗਤੀ ਦਾ ਗੂੜਾ ਰੰਗ ਚੜ੍ਹਨਾ ਕੀਤਾ ਹੈ, ਅਥਵਾ ਪ੍ਰੇਮ ਰੂਪੀ ਐਸਾ ਰੰਗ ਚੜ੍ਹਿਆ ਹੈ ਜੋ ਕਦੇ ਵੀ ਲਹਿੰਦਾ ਨਹੀਂ ਹੈ।
ਅਤੇ ਸੁਦੇ ਸਿੱਧ ਹੀ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਸੁਰਤੀ ਹੈ ਨਾ, ਪਰਮਾਤਮਾ ਦੇ ਚਰਨਾਂ ਵਿੱਚ ਸਾਧ ਸੰਗਤ ਤਦਾਕਾਰ ਹੋ ਰਹੀ ਹੈ। ਲਗਾਤਾਰ ਇੱਕ ਸਾਥ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਕਿਤੇ ਸਾਧ ਸੰਗਤ ਸੁਦੇ ਸਿੱਧ ਬਰਲਾ ਵੀ ਜਾਣ, ਫੇਰ ਵੀ ਰੱਬ ਨੂੰ ਹੀ ਯਾਦ ਕਰਦੇ ਹਨ। ਜਿਹਦੇ ਪ੍ਰਥਾਏ ਭਗਤ ਰਸਨਾ ਦੁਆਰਾ ਹਜ਼ੂਰ ਨੇ ਬਚਨ ਕੀਤਾ, ਕਬੀਰ ਸੁਪਨੈ ਹੂੰ ਬਰਲਾਈ ਕੈ ਦੇਹ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾਨ ਹੀ ਮੇਰੇ ਤਨ ਕੋ ਜਾਮ। ਕਹਿੰਦੇ ਸੁਪਨੇ ਦੇ ਵਿੱਚ ਵੀ ਜੇ ਕਿਤੇ ਬਰਲਾ ਕੇ ਗੁਰਮੁਖਾਂ ਦੇ ਰਸਨਾ ਤੋਂ ਵਾਹਿਗੁਰੂ ਦਾ ਨਾਮ ਨਿਕਲ ਜਾਂਦਾ ਹੈ, ਤੇ ਸਾਧ ਸੰਗਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡਾ ਤਨ ਜਿਹੜਾ ਇਹਦੀ ਜੋੜਾ ਬਣਾ ਕੇ, ਜੁੱਤੀ ਬਣਾ ਕੇ ਉਹਨਾਂ ਦੇ ਚਰਣੀ ਪਾ ਦਿਓ। ਇੰਨਾ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਇੰਨਾ ਉਹਨਾਂ ਗੁਰਮੁਖ ਪਿਆਰਿਆਂ ਦਾ ਸਤਿਕਾਰ ਕਰਦੇ ਹਾਂ। ਨਹੀਂ ਤੇ ਸਾਧ ਸੰਗਤ ਸੁਪਨੇ ਵਿੱਚ ਤਾਂ ਜੋ ਕੁਝ ਅਸੀਂ ਗੱਲਾਂ ਕਰਦੇ ਉਹ ਕੁਝ ਹੀ ਸਾਨੂੰ ਸੁਪਨੇ ਦੇ ਵਿੱਚ ਬਾਰ-ਬਾਰ ਚੇਤੇ ਆਉਂਦਾ ਹੈ। ਜੋ ਕੁਝ ਬਾਰ-ਬਾਰ ਰੰਗਾਂ ਦੀ ਦੁਨੀਆ ਦੇਖੀ ਜਾਂਦੀ ਹੈ। ਕਈ ਵਾਰ ਸੁਭਾਵਿਕ ਹੀ ਕੋਈ ਗੱਲਬਾਤ ਕਰਦੇ ਹਾਂ, ਸੌਂ ਜਾਈਏ ਤੇ ਸੁੱਤਿਆਂ ਹੋਇਆ ਵੀ ਉਸੇ ਤਰ੍ਹਾਂ ਗੱਲਾਂ ਕਰਦੇ ਰਹਿੰਦੇ ਹਾਂ। ਸੁਪਨੇ ਦੇ ਵਿੱਚ ਬਰਲਾ ਕੇ ਵੀ ਉਹ ਕੁਝ ਸਾਨੂੰ ਦਿਸਦਾ ਰਹਿੰਦਾ, ਉਹ ਕੁਝ ਸਾਨੂੰ ਸੁਣਦਾ ਰਹਿੰਦਾ, ਜੋ ਦਿਨ ਭਰ ਸੰਸਾਰ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜਾਂ ਸੁਣਦੇ ਹਾਂ। ਪਰ ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਸੁੱਤਿਆਂ ਜਾਗਦਿਆਂ, ਉੱਠਦਿਆਂ, ਬਹਿੰਦਿਆਂ, ਚੱਲਦਿਆਂ, ਫਿਰਦਿਆਂ ਹਰ ਸਮੇਂ ਵਾਹਿਗੁਰੂ ਦਾ ਜਿਹੜਾ ਚਿੰਤਨ ਕਰਦੇ ਨੇ, ਤੇ ਸਾਧ ਸੰਗਤ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਪਰਮਾਤਮਾ ਦੀ ਯਾਦ ਆਉਣੀ ਹੈ। ਉਹਨਾਂ ਗੁਰਮੁਖ ਪਿਆਰਿਆਂ ਨੂੰ ਬਰਲਾ ਕੇ ਵੀ ਰੱਬ ਹੀ ਚੇਤੇ ਆਉਂਦਾ ਹੈ, ਜੋ ਜਾਗਦਿਆਂ ਹੋਇਆ ਹਰ ਸਮੇਂ ਰੱਬ ਨੂੰ ਚੇਤੇ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਪ੍ਰਥਾਏ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਵਚਨ ਹਨ, ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਸੁਭਾਵਿਕ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ। ਸੁਭਾਵਿਕ ਹੀ ਜੇ ਕਿਤੇ ਇਹ ਸਰੀਰ ਦਾ ਵੀ ਇੱਕ ਧਰਮ ਹੈ, ਇਹਨੂੰ ਵੀ ਆਰਾਮ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਵੀ ਉਹ ਅਵਿਦਿਆ ਰੂਪ ਨੀਂਦਰਾ ਵਿੱਚ ਨਹੀਂ ਸੌਂਦੇ, ਜਾਗਰਤ ਅਵਸਥਾ ਵਿੱਚ ਰਹਿੰਦੇ ਹੈ। ਤੇ ਅਨ ਦਿਨ ਰਾਤ ਦਿਨ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਉਸਤਤੀ ਹੁੰਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਪ੍ਰੇਮ ਪਦਾਰਥ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਸਹਿਜ ਸੁਭਾਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਉਹਨਾਂ ਨੇ ਸੁਭਾਵਿਕ ਹੀ ਵਾਹਿਗੁਰੂ ਦੇ ਸਰੂਪ ਦੇ ਵਿੱਚ ਰੱਤੇ ਰਹਿਣਾ ਕੀਤਾ ਹੈ। ਉਹਨਾਂ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਨਾ ਕੀਤਾ ਹੈ। ਰਸਨਾ ਸ਼ਬਦ ਵਿਚਾਰ ਰਸ ਰਾਤੀ, ਸਾਧ ਸੰਗਤ ਜਿਹੜਾ ਗੁਰਮੁਖ ਪਿਆਰਾ ਸ਼ਬਦ ਦੀ ਵਿਚਾਰ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਜਿਹੜੀ ਰਸਨਾ ਹੈ ਨਾ, ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਮਸਤ ਹੋ ਜਾਂਦੀ ਹੈ, ਮਾਦੀ ਜੁੜ ਜਾਂਦੀ ਹੈ। ਉਹ ਹਿਰਦੇ ਹੋ ਕੇ ਫਿਰ ਰਸਨਾ ਦੇ ਨਾਲ ਵੀ ਗਾਉਂਦੇ ਤੇ ਨਾਲ ਨਾਲ ਹਿਰਦੇ ਹੋ ਕੇ ਪਰਮਾਤਮਾ ਦਾ ਚਿੰਤਨ ਕਰਦੇ ਹਨ। ਐਸੀ ਉਹਨਾਂ ਦੀ ਰਸਨਾ ਹੈ ਜੋ ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦੀ ਹੈ। ਰਸਨਾ ਜਪਤੀ ਤੂੰ ਹੀ हे ਪਰਮਾਤਮਾ, ਤੂੰ ਹੈ, ਤੇਰੇ ਤੋਂ ਬਿਨਾਂ ਕੋਈ ਦੂਸਰਾ ਕੋਈ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਐਸੀ ਸ਼ਬਦ ਦੇ ਵਿਚਾਰ ਜਿਹੜੇ ਆ ਨਾ ਸਭ ਤੋਂ ਉੱਤਮ ਹੈ। ਲਾਲ ਭਈ ਰੰਗ ਲਾਈ, ਰਮੇ ਹੋਏ ਪਿਆਰੇ ਪਰਮਾਤਮਾ ਦਾ ਜੋ ਪਿਆਰਾ ਸਰੂਪ ਹੈ ਨਾ, ਲਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰਾ ਸਰੂਪ ਹੈ। ਲਾਲ ਭਈ ਰੰਗ ਲਾਈ, ਹਿਰਦੇ ਹੋ ਕੇ ਪ੍ਰੇਮ ਲਾਉਣੇ ਕਰਕੇ, ਪ੍ਰੇਮ ਰੂਪੀ ਰੰਗ ਲਾਉਣੇ ਕਰਕੇ ਇਹ ਰਸਨਾ ਵੀ ਪਿਆਰੀ ਹੋ ਗਈ ਹੈ। ਲਾਲ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਹੋ ਜਾਣਾ ਕੀਤਾ ਹੈ। ਜਿਸ ਨੇ ਹਿਰਦੇ ਹੋ ਕੇ ਪਿਆਰੇ ਪਰਮਾਤਮਾ ਨੂੰ ਜਪਿਆ ਹੈ, ਜੋ ਰਸਨਾ ਹਰ ਸਮੇਂ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਰਾਮ ਨਾਮ ਨੇ ਕੇਵਲ ਜਾਣਿਆ, ਸਾਧ ਸੰਗਤ ਵਿਸ਼ੇਸ਼ ਕਰਕੇ ਰਮੇ ਹੋਏ ਪਰਮਾਤਮਾ ਦਾ ਨਾਮ ਜਪ ਕੇ ਜਿਨ੍ਹਾਂ ਨੇ ਸ਼ੁੱਧ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ, ਮਨ ਤ੍ਰਿਪਤਿਆ ਸਾਂਤ ਆਈ। ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਪਦਾਰਥਾਂ ਦੇ ਵੱਲੋਂ, ਸੰਸਾਰ ਦੀਆਂ ਸਭ ਭੁੱਖਾਂ ਵੱਲੋਂ ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ। ਜਿੰਨੇ ਵੀ ਦੁਨੀਆ ਦੇ ਸੁੱਖ ਹਨ, ਪਦਾਰਥਾਂ ਦੇ ਸੁੱਖ ਨੇ, ਵਿਸ਼ਿਆਂ ਦੇ ਸੁੱਖ ਹਨ, ਇਹ ਸਭ ਪਦਾਰਥਾਂ ਦੇ ਵੱਲੋਂ ਮਨ ਉਹਨਾਂ ਦਾ ਰੱਜ ਗਿਆ ਹੈ। ਸਾਂਤ ਆਈ, ਤੇ ਜਿਹੜੀ ਸੰਸਾਰ ਦੀ ਵਿਕਾਰਾਂ ਦੀ,
ਵਿਕਲਪਾਂ ਦੀ ਬਾਰ-ਬਾਰ ਜਿਹੜੀ ਮਨ ਦੇ ਵਿੱਚ ਕੁਰਾਹਟ ਸੀ ਨਾ, ਉਹ ਮਨ ਦੇ ਵਿੱਚ ਸ਼ਾਂਤੀ ਆ ਗਈ ਹੈ। ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਨੂੰ ਸਕੂਨ ਪ੍ਰਾਪਤ ਹੋਇਆ, ਮਨ ਉਹਨਾਂ ਦਾ ਤੜਪਦਾ ਹੋਇਆ ਸਾਧ ਸੰਗਤ ਇਕਾਗਰ ਹੋ ਜਾਣਾ ਕੀਤਾ ਹੈ। ਜੋ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਵਾਹਿਗੁਰੂ ਦੇ ਵਿਸ਼ੇਸ਼ ਸੁੱਧ ਸਰੂਪ ਨੂੰ ਜਾਣਿਆ ਹੈ। ਪੰਡਿਤ ਪੜ੍ਹ ਪੜ੍ਹ ਮੋਨੀ ਸਭ ਥਾਕੇ। ਜਗਤ ਦੇ ਅੰਦਰ ਸਾਧ ਸੰਗਤ ਬੜੇ ਬੜੇ ਵਿਦਵਾਨ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਹਨ, ਪੜ੍ਹ ਪੜ੍ਹ ਕਰਕੇ ਮੋਨੀ ਮੋਨ ਧਾਰਨ ਕਰਨ ਵਾਲੇ ਵੀ, ਐਸੇ ਭੇਖ ਕਰਨ ਵਾਲੇ ਵੀ ਥੱਕ ਹਾਰ ਗਏ ਹਨ। ਭੇਖ ਥੱਕੇ ਭੇਖ ਧਾਰੀ। ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਅਨੇਕਾਂ ਤਰ੍ਹਾਂ ਕਰਕੇ ਭੇਖ ਧਾਰਨ ਕਰ ਕਰਕੇ ਭਰਮਾਂ ਵਿੱਚ ਪੈ ਪੈ ਕੇ ਥੱਕ ਹਾਰ ਗਏ ਨੇ, ਪਰ ਫਿਰ ਵੀ ਵਾਹਿਗੁਰੂ ਦੇ ਸਰੂਪ ਤੋਂ ਸਖਣੇ ਰਹਿਣਾ ਕੀਤਾ। ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਸਕੇ। ਭਾਵੇਂ ਗੰਗਾ ਗਏ ਤੇ ਗੰਗਾ ਰਾਮ ਬਣ ਗਏ, ਜਮਨਾ ਗਏ ਤੇ ਜਮਨਾ ਦਾਸ ਬਣ ਗਏ। ਜਿੱਦਾਂ ਦਾ ਮਾਹੌਲ ਦੇਖਿਆ ਕਿ ਇੱਥੇ ਬਹੁ ਗਿਣਤੀ, ਉੱਦਾਂ ਦਾ ਭੇਖ ਧਾਰਨ ਕਰ ਲਿਆ ਕਿ ਇਹਨਾਂ ਦੇ ਵਿੱਚ ਮਿਲ ਕਰਕੇ ਮੈਂ ਵੀ ਭੇਖ ਧਾਰਨ ਕਰਕੇ ਰੱਬ ਨੂੰ ਪਾ ਲਵਾਂਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਵਚਨ ਕਰ ਰਹੇ ਹਨ, ਪੰਡਿਤ ਪੜ੍ਹ ਪੜ੍ਹ ਮੋਨੀ ਸਭ ਥਾਕੇ, ਭ੍ਰਮ ਭੇਖ ਥੱਕੇ ਭੇਖ ਧਾਰੀ। ਅਨੇਕਾਂ ਭੇਖਾਂ ਨੂੰ ਕਰਨ ਵਾਲੇ ਐਸੇ ਥੱਕ ਹਾਰ ਗਏ ਨੇ, ਪਰ ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾਂ ਭੇਖਾਂ ਨੂੰ ਪਾਉਣੇ ਕਰਕੇ ਕੁਝ ਵੀ ਨਾ ਪ੍ਰਾਪਤ ਹੋ ਸਕਿਆ। ਗੁਰ ਪ੍ਰਸਾਦ ਨਿਰੰਜਨ ਪਾਇਆ। ਗੁਰਾਂ ਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਵਾਹਿਗੁਰੂ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਸੱਚੇ ਸ਼ਬਦ ਵਿਚਾਰੀ। ਸਾਧ ਸੰਗਤ ਉਹਨਾਂ ਨੇ ਸੱਚੇ ਸ਼ਬਦ ਦੇ ਵਿਚਾਰ ਕੀਤੇ ਹੈ, ਜਿਸ ਕਰਕੇ ਸਤਿਗੁਰੂ ਜੀ ਦੀ ਰਹਿਮਤ ਨੂੰ ਪ੍ਰਾਪਤ ਕੀਤਾ। ਗੁਰ ਪ੍ਰਸਾਦ ਨਿਰੰਜਨ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਵਚਨ ਕੀਤਾ, ਸਾਚਾ ਸ਼ਬਦ ਵਿਚਾਰੇ। ਸੱਚੇ ਸ਼ਬਦ ਦੇ ਵਿਚਾਰ, ਸਤਿਗੁਰਾਂ ਦੇ ਜੋ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਨਾ ਹੈ, ਇਹਦੀ ਬਾਰ-ਬਾਰ ਆਪਣੇ ਹਿਰਦੇ ਅੰਦਰ ਵਿਚਾਰ ਕਰਨੀ। ਸਤਿਗੁਰਾਂ ਦੇ ਸ਼ਬਦ ਦੁਆਰਾ ਕਿ ਅੱਜ ਮੇਰੇ ਤੋਂ ਕੋਈ ਪਾਪ ਕਰਮ ਤਾਂ ਨਹੀਂ ਕਿਤੇ ਹੋ ਗਿਆ, ਅੱਜ ਮੇਰੇ ਅੰਦਰ ਕਿੰਨੇ ਔਗੁਣ ਸਨ ਉਹਨਾਂ ਦੀ ਮੈਂ ਨਿਵਰਤੀ ਕੀਤੀ ਤੇ ਕਿੰਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ। ਐਸੀ ਜਿਹੜੀ ਸ਼ੁਭ ਵਿਚਾਰ ਹੈ, ਪਾਪ ਕਰਮ ਤੋਂ ਹਰ ਸਮੇਂ ਆਪਣੇ ਮਨ ਦੇ ਉੱਪਰ ਪਹਿਰਾ ਦੇਣਾ, ਕਰੜਾ ਪਹਿਰਾ ਦੇਣਾ ਕਿ ਕਿਤੇ ਪਾਪ ਕਰਮ ਕਰਨ ਦੇ ਵੱਲ ਨਾ ਮੇਰਾ ਮਨ ਲੱਗ ਜਾਵੇ। ਹੇ ਮਨਾ, ਐਵੇਂ ਬੁਰੇ ਕਰਮਾਂ ਦੇ ਵਿੱਚ ਨਾ ਮੈਨੂੰ ਸੰਸਾਰ ਦੇ ਅੰਦਰ ਭਟਕਾਉਣਾ ਕਰੀ। ਐਸੀ ਜਿਹੜੀ ਸ਼ੁਭ ਵਿਚਾਰ ਕਰਨੀ ਹੈ, ਇਹ ਗੁਰੂ ਸ਼ਬਦ ਦੇ ਦੁਆਰਾ ਹਜ਼ੂਰ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਸੀ ਸ਼ੁਭ ਵਿਚਾਰ ਕੀਤੀ ਹੈ, ਔਗੁਣਾਂ ਨੂੰ ਆਪਣੇ ਅੰਦਰੋਂ ਕੱਢ ਕੇ ਸ਼ੁਭ ਗੁਣਾਂ ਦੇ ਧਾਰਨੀ ਬਣੇ ਹਨ, ਉਹ ਗੁਰਮੁਖ ਪਿਆਰਿਆਂ ਨੇ ਸ਼ੁੱਧ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਸੱਚੇ ਸ਼ਬਦ ਵਿਚਾਰੀ। ਸੱਚੇ ਸ਼ਬਦ ਦੇ ਵਿਚਾਰ ਦੁਆਰਾ ਹੀ ਉਹ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਪਾ ਰਹੇ ਹਨ। ਸਾਧ ਸੰਗਤ ਸੱਚੇ ਪਰਮਾਤਮਾ ਦੇ ਸਰੂਪ ਦੇ ਨਾਲ ਜੁੜਨੇ ਕਰਕੇ ਆਵਾਗਮਨ ਦਾ ਜਿਹੜਾ ਚੱਕਰ ਹੈ ਨਾ, 84 ਦਾ ਗੇੜਾ, ਜੰਮਣਾ ਤੇ ਮਰਨਾ, ਬਾਰ-ਬਾਰ ਹਲਟ ਦੀਆਂ ਟੰਡਾਂ ਦੇ ਵਾਂਗ ਸੰਸਾਰ ਵਿੱਚ ਆਉਣਾ, ਜਨਮ ਧਾਰ ਕਰਕੇ ਤੇ ਮੌਤ ਦੇ ਮਾਰੇ ਹੋਏ ਮਰ ਜਾਣਾ, ਸੱਚੇ ਸ਼ਬਦ ਦੇ ਨਾਲ ਜੁੜਨੇ ਕਰਕੇ ਨਿਵਰਤ ਹੋ ਜਾਂਦਾ ਹੈ। ਸਾਚ ਸ਼ਬਦ ਮਨ ਭਾਇਆ। ਪਰ ਕਿੰਨਾ ਗੁਰਮੁਖ ਪਿਆਰਿਆਂ ਦਾ ਆਵਾਗਮਨ ਮਿਟਿਆ, ਜਿਨ੍ਹਾਂ ਦੇ ਹਿਰਦੇ ਵੀ ਸੱਚਾ ਸ਼ਬਦ ਭਾ ਗਿਆ ਹੈ, ਜਿਨ੍ਹਾਂ ਦੇ ਹਿਰਦੇ ਵੀ ਸਤਿਗੁਰਾਂ ਦਾ ਉਪਦੇਸ਼ ਪਿਆਰਾ ਲੱਗਾ, ਉਹ ਕੋਈ ਵਿਰਲੇ ਹੀ ਗੁਰਸਿੱਖ ਹਨ। ਸਤਿਗੁਰੂ ਜੀ ਕਹਿੰਦੇ ਉਹ ਮੁਬਾਰਕ ਦੇ ਪਾਤਰ ਹਨ, ਉਹ ਵੱਡਿਆਂ ਭਾਗਾਂ ਵਾਲੇ ਹਨ। ਗੁਰਸਿੱਖਾਂ ਮਨ ਵਧਾਈਆ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਗੁਰ ਸੋ ਲੱਗੈ ਗੁਰਸਿੱਖਾਂ ਮਨ ਮਿਠਾ। ਉਹ ਕੋਈ ਵਿਰਲੇ ਹੀ ਗੁਰਸਿੱਖ ਪਿਆਰੇ ਹੁੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਦਾ ਉਪਦੇਸ਼, ਗੁਰੂ ਕੇ ਬਚਨ ਪਿਆਰੇ ਲੱਗਦੇ ਹੈ। ਨਹੀਂ ਤਾਂ ਸਾਡਾ ਸੁਭਾਅ ਹੁੰਦਾ ਜਿਹੜਾ ਸਾਡੇ ਮਨ ਦੇ ਅਨੁਕੂਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਉਹ ਆਖਣਾ ਜੀ ਵਾਹ, ਬੜਾ ਸੋਹਣਾ ਅੱਜ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਆ ਹੈ। ਤੇ ਜੇ ਕਿਤੇ ਸਾਡੇ ਮਨ ਦੇ ਅਨੁਕੂਲ ਨਾ ਹੋਵੇ,
ਸਾਡੇ ਮਨ ਦੇ ਉਲਟਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਗੁਰਮਤਿ ਅਨੁਸਾਰ ਜਿਹੜਾ ਵਚਨ ਆਵੇ ਤੇ ਸਾਧ ਸੰਗਤ ਤੋਂ ਅਸੀਂ ਸੁਣਨ ਤੋਂ ਵੀ ਕਈ ਵਾਰ ਅਵੇਸਲੇ ਹੋ ਜਾਂਦੇ ਹਾਂ ਕਿ ਸ਼ਾਇਦ ਪਤਾ ਨਹੀਂ ਬਾਬਾ ਆਪਣੇ ਕੋਲੋਂ ਬਣਾ ਕਰਕੇ ਕਿਤੇ ਦੱਸੀ ਜਾਂਦਾ ਹੈ, ਪਰ ਗੁਰੂ ਕੀ ਬਾਣੀ ਸੱਚੀ ਹੈ, ਗੁਰੂ ਕੇ ਭਜਨ ਵੀ ਸੱਚੇ ਹਨ। ਸਤਿਗੁਰੂ ਜੀ ਦਾ ਉਪਦੇਸ਼, ਸਤਿਗੁਰਾਂ ਦਾ ਸਿਧਾਂਤ ਸਦੀਵ ਕਾਲ ਵਾਸਤੇ ਸੱਚਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਰਲੇ ਹੀ ਗੁਰਮੁਖ ਪਿਆਰੇ ਸਤਿਗੁਰਾਂ ਦੇ ਉਪਦੇਸ਼ ਨੂੰ ਸੱਚਾ ਜਾਣ ਕੇ ਹਿਰਦੇ ਅੰਦਰ ਧਾਰਨ ਕਰਦੇ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਸੰਸਾਰ ਦੇ ਵਿੱਚੋਂ ਆਵਾਗਮਨ ਨੂੰ ਨਿਵਰਤ ਕੀਤਾ, ਜਾਣੋ ਕਿ ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਪਾਇਆ ਹੈ। ਸਤਿਗੁਰ ਸੇਵ ਸਦਾ ਸੁਖ ਪਾਈਐ। ਸਤਿਗੁਰੂ ਜੀ ਦੀ ਜਿਨ੍ਹਾਂ ਨੇ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਨਿਰਹੰਕਾਰ ਹੋ ਕਰਕੇ ਉਹਨਾਂ ਨੇ ਸਦੀਵ ਕਾਲ ਵਾਸਤੇ ਸੁਖਾਂ ਨੂੰ ਪ੍ਰਾਪਤ ਕੀਤਾ ਹੈ। ਜਿਵੇਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਗੁਰੂ ਘਰ ਦੀ ਸੇਵਾ ਨੂੰ ਕਮਾਇਆ, ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਕੀ ਬਾਣੀ ਨੂੰ, ਸਤਿਗੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨੂੰ ਲਿਖਣ ਦਾ ਸੇਵਾ ਕਮਾਈ ਹੈ। ਸਾਧ ਸੰਗਤ ਕਿੰਨਾ ਉਹਨਾਂ ਦਾ ਉੱਚਾ ਸੁੱਚਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੇ ਉਹ ਗੁਰਮੁਖ ਪਿਆਰੇ ਧਨ ਹਨ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਭਾਵਨਾ ਤੇ ਪ੍ਰੇਮ ਦੇ ਸਹਿਤ ਕੀਤੀ ਹੈ। ਜਾਣੋ ਉਹਨਾਂ ਨੇ ਸਦੀਵ ਕਾਲ ਵਾਸਤੇ ਪਰਮ ਸੁਖ ਨੂੰ ਪਾ ਲਿਆ ਹੈ। ਪਰ ਕਿਹਨਾਂ ਨੇ ਸੇਵਾ ਕੀਤੀ? ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ ਅਭਾਵ ਕਰ ਦਿੱਤਾ, ਕਿਉਂਕਿ ਸਤਿਗੁਰੂ ਜੀ ਦੀ ਸੇਵਾ ਕਰਨੀ ਬਹੁਤ ਔਖੀ ਹੈ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਧੰਨ ਹਨ ਬਾਬਾ ਬੁੱਢਾ ਸਾਹਿਬ ਜੀ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਮੇਂ ਤੋਂ ਲੈ ਕੇ 6ਵੇਂ ਸਰੂਪ ਤੱਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਤਾਂ ਸਾਧ ਸੰਗਤ ਗੁਰੂ ਘਰ ਦੀਆਂ ਸੇਵਾਵਾਂ ਨੂੰ ਕਮਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਐਸੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਤੇ ਸਦਾ ਹੀ ਨਿਰਹੰਕਾਰ ਹੋ ਕਰਕੇ ਰਹਿਣ ਵਾਲੇ। ਸਾਡਾ ਸੁਭਾਅ ਹੁੰਦਾ ਜੀ, ਸਾਨੂੰ ਇੰਨਾ ਸਮਾਂ ਹੋ ਗਿਆ ਗੁਰੂ ਘਰ ਰਹਿੰਦੇ ਆ, ਹੰਕਾਰ ਹੀ ਸਾਨੂੰ ਲੈ ਡੁੱਬਦਾ। ਪਰ ਦੇਖੋ ਪਹਿਲੇ ਸਰੂਪ ਤੋਂ ਲੈ ਕੇ 6ਵੇਂ ਸਰੂਪ ਤੱਕ ਬਾਬਾ ਬੁੱਢਾ ਸਾਹਿਬ ਜੀ ਕਿੰਨੇ ਨਿਮਰਤਾਵਾਨ ਹੋ ਕਰਕੇ ਰਹੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਿਵੇਂ ਦੂਸਰੇ ਸਰੂਪ ਅੰਦਰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਇਵੇਂ 6 ਸਰੂਪਾਂ ਤੱਕ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਨਾ, ਉਹ ਵੀ ਬਾਬਾ ਬੁੱਢਾ ਸਾਹਿਬ ਜੀ ਇਹ ਰਸਮ ਨੂੰ ਅਦਾ ਕਰਦੇ ਰਹੇ ਸਨ। ਐਸੀ ਮਹਾਨ ਸੇਵਾ ਕਰਦੇ। ਔਰ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਲਗਾਉਣਾ, ਰਾਤ ਦੇ ਸਮੇਂ ਸਾਧ ਸੰਗਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰਾਂ ਕਰਦੇ ਨੇ ਕਿ ਕਿਹੜੀ ਸਿੱਖ ਨੂੰ ਐਸੀ ਵਡਮੁੱਲੀ ਸੇਵਾ ਦੇ ਵਿੱਚ ਲਾਇਆ ਜਾਵੇ, ਕਿਉਂਕਿ ਸੇਵਾ ਕਿਸੇ ਆਮ ਮਨੁੱਖ ਦੀ ਨਹੀਂ ਹੈ। ਇਹ ਜੁਗੋ ਜੁਗ ਅਟਲ ਰਹਿਣ ਵਾਲੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਗੁਰੂ ਕੀ ਬਾਣੀ ਦੀ ਸੇਵਾ ਹੈ। ਫਿਰ ਵੀ ਸਾਧ ਸੰਗਤ ਧਿਆਨ ਬਾਬਾ ਬੁੱਢਾ ਸਾਹਿਬ ਜੀ ਵੱਲ ਹੀ ਗਿਆ ਕਿ ਇਹਨਾਂ ਵਰਗਾ ਜੋ ਨਿਮਰਤਾਵਾਨ ਤੇ ਨਿਰਹੰਕਾਰੀ ਕੋਈ ਗੁਰਸਿੱਖ ਸਾਨੂੰ ਨਹੀਂ ਦਿਸਦਾ। ਫਿਰ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਹੀ ਸਾਧ ਸੰਗਤ ਐਸੀ ਸੇਵਾ ਲਗਾਈ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਸੌਂਪਣਾ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਗੁਰਸਿੱਖਾਂ ਨੇ ਭਾਵਨਾ ਦੇ ਨਾਲ ਸੇਵਾ ਕਰਕੇ, ਹੰਕਾਰ ਤੋਂ ਰਹਿਤ ਹੋ ਕੇ, ਨਿਮਰਤਾਵਾਨ ਰਹਿ ਕਰਕੇ ਸਦਾ ਹੀ ਪਰਮ ਸੁਖ ਨੂੰ ਪਾਇਆ ਹੈ। ਜੋ ਸੱਚੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਲਗਾਤਾਰ ਵਾਹਿਗੁਰੂ ਦੇ ਨਾਮ ਦੀ ਧੁਨ ਚੱਲਦੀ ਹੈ। ਮਨ ਸਾਚੈ ਲਿਵ ਲਾਈ। ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਧੁਨ ਪੈਦਾ ਹੋਣੇ ਕਰਕੇ ਹਰ ਸਮੇਂ ਮਨ ਸਾਚੈ ਲਿਵ ਲਾਈ, ਆਪਣੇ ਮਨ ਨੂੰ ਸੱਚੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਾ ਕੇ ਰੱਖਦੇ ਹਨ। ਜੋ ਵਾਹਿਗੁਰੂ ਜੀ ਦਾ ਸਰੂਪ ਗਮਤਾ ਤੋਂ ਰਹਿਤ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਇੰਦਰੀਆਂ ਦਾ ਅਵਿਸ਼ਾ ਹੈ ਅਤੇ ਸਾਧ ਸੰਗਤ ਨਿਰੰਜਨ ਮਾਇਆ ਦੀ ਮੈਲ ਤੋਂ ਵਾਹਿਗੁਰੂ ਦਾ ਨਾਮ ਵੀ ਸੱਚਾ ਹੈ। ਗੁਰਾਂ ਦੇ ਮੁਖ ਦੁਆਰਾ ਉਸ ਵਾਹਿਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਵਸਾਇਆ ਜਾ ਸਕਦਾ ਹੈ।
ਗੁਰਮੁਖ ਪਿਆਰੇ ਆਪਣੇ ਹਿਰਦੇ ਵੀ ਸ਼ੁੱਧ ਜਾਣ ਕੇ ਵਾਹਿਗੁਰੂ ਦੇ ਨਾਮ ਨੂੰ ਵਸਾਉਂਦੇ ਹਨ। ਏਕ ਸਬਹਿ ਸਭ ਜਗਤੋ ਵਰਤੈ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਕਰਕੇ ਹੀ ਸਾਰਾ ਜਗਤ ਦਾ ਵਰਤਾਰਾ ਵਰਤ ਰਿਹਾ ਹੈ। ਵਿਰਲਾ ਏਕ ਪਛਾਣੈ। ਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਜਾਣਦਾ ਹੈ ਕਿ ਪਰਮਾਤਮਾ ਆਪ ਜੀ ਦੇ ਅਥਾਹ ਸਰੂਪ ਦੇ ਵਿੱਚ ਹੀ ਸਾਰਾ ਜਗਤ ਦਾ ਵਰਤਾਰਾ ਵਰਤ ਰਿਹਾ ਹੈ। ਸਾਧ ਸੰਗਤ, ਗੁਰੂ ਕੀ ਬਾਣੀ ਵਿੱਚ ਅਸੀਂ ਵਚਨ ਪੜ੍ਹਦੇ ਹਾਂ ਕਿ ਪਰਮਾਤਮਾ ਨੇ ਸੰਸਾਰ ਸਮੁੰਦਰ ਨੂੰ ਪੈਦਾ ਕੀਤਾ ਹੈ। ਜਿਵੇਂ ਸਮੁੰਦਰ ਦੇ ਵਿੱਚ ਬੇੜਾ ਠੇਲ ਦਿੱਤਾ ਜਾਵੇ, ਕੁਝ ਪਤਾ ਨਾ ਹੋਵੇ ਕਿ ਪਤਾ ਨਹੀਂ ਕਦੇ ਕਿੱਧਰ ਕਦੇ ਕਿਸੇ ਪਾਸੇ ਲਹਿਰਾਂ ਆਉਣ ਤੇ ਤਰੰਗਾ ਉੱਠਣ ਤੇ ਪਾਣੀ ਦੀਆਂ ਛਾਲਾਂ ਵੱਜਣ ਦੇ ਕਦੇ ਕਿਸੇ ਪਾਸੇ ਚਲਿਆ ਜਾਂਦਾ, ਕਦੇ ਕਿਸੇ ਪਾਸੇ ਚਲਿਆ ਜਾਂਦਾ। ਪਰ ਜੇ ਕਿਤੇ ਟਾਪੂ ਮਿਲ ਜਾਵੇ, ਉੱਥੇ ਜਿਹੜਾ ਸੂਝਵਾਨ ਸਿਆਣਾ ਮਨੁੱਖ ਉੱਥੇ ਬੈਠ ਕੇ ਸੋਚਦਾ ਹੈ, ਵਿਚਾਰਦਾ ਹੈ ਕਿ ਮੈਂ ਕਿਹੜੀ ਦਿਸ਼ਾ ਦੇ ਵੱਲ ਜਾਣਾ ਹੈ, ਕਿਉਂਕਿ ਸਹੀ ਦਿਸ਼ਾ ਮਿਲੇਗੀ ਤਾਂ ਹੀ ਸਾਧ ਸੰਗਤ ਉਹ ਕਿਨਾਰੇ ਤੇ ਆਪਣੀ ਮੰਜ਼ਿਲ ਤੇ ਪਹੁੰਚੇਗਾ। ਇਵੇਂ ਪਰਮਾਤਮਾ ਨੇ ਇਹ ਧਰਤੀ ਜਿਹੜੀ ਹੈ ਨਾ, ਮਾਤ ਲੋਕ ਸਾਨੂੰ ਇੱਕ ਟਾਪੂ ਦੀ ਤਰ੍ਹਾਂ ਬਖਸ਼ਿਆ ਹੈ। ਪਰ ਜਿਹੜੇ ਤਾਂ ਵਿਚਾਰ ਨਹੀਂ ਕਰਦੇ, ਵਿਚਾਰ ਤੋਂ ਹੀਣੇ ਹਨ, ਜਿਵੇਂ ਸਾਧ ਸੰਗਤ ਕਿਤੇ ਸਮੁੰਦਰ ਦੇ ਵਿੱਚ ਟਾਪੂ ਮਿਲ ਜਾਵੇ ਤੇ ਉੱਥੇ ਜਿਹੜਾ ਮੌਸਮ ਹੁੰਦਾ ਹੈ ਨਾ, ਬੜਾ ਸੁਹਾਵਣਾ ਲੱਗਦਾ ਹੈ, ਆਸੇ ਪਾਸੇ ਦ੍ਰਿਸ਼ ਬੜਾ ਸੋਹਣਾ ਦੇਖਣ ਨੂੰ ਲੱਗਦਾ ਹੈ। ਤੇ ਜਿੰਨਾ ਸਮਾਂ ਮਿਲਿਆ ਹੋਵੇ ਕਿ ਇੰਨੇ ਸਮੇਂ ਵਿੱਚ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਤੇ ਸਾਧ ਸੰਗਤ ਜੇ ਮਨ ਉੱਥੇ ਹੀ ਮਨੁੱਖ ਦਾ ਪਰਚ ਜਾਵੇ ਤੇ ਮਿੱਥੇ ਹੋਏ ਸਮੇਂ ਦੇ ਵਿੱਚ ਆਪਣੀ ਮੰਜ਼ਿਲ ਦੀ ਨਹੀਂ ਉਹ ਪ੍ਰਾਪਤੀ ਕਰ ਸਕਦਾ, ਉਹ ਫਿਰ ਹਾਰ ਜਾਂਦਾ ਹੈ। ਇਸੇ ਤਰ੍ਹਾਂ ਜਿੰਨਾ ਉਮਰ ਦਾ ਸਾਨੂੰ ਪਰਮੇਸ਼ਰ ਨੇ ਸਮਾਂ ਦਿੱਤਾ ਹੈ, ਇਹ ਸੰਸਾਰ ਮਾਤ ਲੋਕ ਰੂਪੀ ਇਹ ਟਾਪੂ ਹੈ। ਇਹਦੇ ਵਿੱਚ ਵਿਚਾਰ ਕਰਕੇ ਅਸਾਂ ਨੇ ਸਾਧ ਸੰਗਤ ਵਾਹਿਗੁਰੂ ਦੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਣਾ ਹੈ, ਗੁਰੂ ਸ਼ਬਦ ਦਾ ਆਸਰਾ ਲੈ ਕਰਕੇ। ਤੇ ਜੇ ਵਿਚਾਰ ਤੋਂ ਹੀਣੇ ਰਹਿ ਗਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਇਹ ਟਾਪੂ ਦੇ ਵਿੱਚ ਹੀ ਆਪਣਾ ਮਨ ਪਰਚਾ ਲਿਆ ਕਿ ਕਿੰਨੀ ਸੋਹਣੀ ਸੋਹਣੀ ਰੰਗਾਂ ਰੰਗਾਂ ਦੀ ਦੁਨੀਆ ਹੈ, ਕਿੰਨੇ ਕਿੰਨੇ ਚੰਗੇ ਚੰਗੇ ਪਦਾਰਥ ਹੈ ਭਾਵੇਂ ਨਾਸਵੰਤ ਹੈ। ਪਰ ਵਿਚਾਰ ਤੋਂ ਹੀਣੇ ਹੋਣ ਕਰਕੇ ਸਾਧ ਸੰਗਤ ਸੰਸਾਰ ਦਾ ਦ੍ਰਿਸ਼ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ, ਆਪਣੀ ਮੰਜ਼ਿਲ ਭੁੱਲ ਜਾਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਉਹ ਕੋਈ ਵਿਰਲੇ ਹੀ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਇਹ ਪਹਿਚਾਣ ਕੀਤੀ ਹੈ ਕਿ ਪਰਮਾਤਮਾ ਦੇ ਸਰੂਪ ਦੇ ਵਿੱਚ ਹੀ ਸਭ ਕੁਝ ਵਰਤ ਰਿਹਾ ਹੈ। ਵਾਹਿਗੁਰੂ ਨੇ ਆਪ ਹੀ ਸਭ ਵਰਤਾਰਾ ਵਰਤਾਇਆ ਹੈ। ਸ਼ਬਦ ਮਰੈ ਤਾਂ ਸਭ ਕਿਛ ਸੂਝੈ। ਸਾਧ ਸੰਗਤ ਮਰਨਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਜਦੋਂ ਮਨੁੱਖ ਦੀ ਆਰਜ਼ੂ ਪੂਰੀ ਹੋ ਜਾਂਦੀ ਹੈ, ਪਾਉ ਮੌਤ ਦਾ ਸਮਾਂ ਆ ਜਾਂਦਾ ਹੈ, ਪੰਜ ਭੌਤਿਕ ਸਰੀਰ ਨੂੰ ਤਿਆਗ ਦਿੰਦਾ ਹੈ, ਪ੍ਰਤੱਖ ਮਰਨਾ ਹੈ। ਇੱਕ ਅੰਤਰੀ ਮਰਨਾ ਹੁੰਦਾ, ਆਪਾ ਭਾਵ ਤੋਂ ਅਭਾਵ ਹੋਣਾ। ਉਹਦੇ ਪਰਥਾਏ ਹਜ਼ੂਰ ਨੇ ਬਚਨ ਕੀਤਾ, ਸ਼ਬਦ ਮਰੈ ਤਾਂ ਸਭ ਕੁਛ ਸੂਝੈ। ਜਦੋਂ ਸ਼ਬਦ ਦੁਆਰਾ ਆਪਾ ਭਾਵ ਮਨੁੱਖ ਮਾਰ ਲੈਂਦਾ ਕਿ ਮਹਾਰਾਜ ਮੈਂ ਕੁਝ ਵੀ ਨਹੀਂ ਹਾਂ, ਹੇ ਵਾਹਿਗੁਰੂ ਸਭ ਕੁਝ ਬਖਸ਼ਿਆ ਹੋਈਆਂ ਆਪ ਜੀ ਦੀਆਂ ਦਾਤਾਂ ਨੇ, ਮਹਾਰਾਜ ਮੇਰਾ ਇਹਦੇ ਵਿੱਚ ਕੁਝ ਵੀ ਨਹੀਂ ਹੈ, ਸਭ ਕੁਝ ਆਪ ਜੀ ਦਾ ਬਖਸ਼ਿਆ ਹੋਇਆ, ਇਹ ਤਨ ਮਨ ਧਨ ਸਾਰਾ ਕੁਝ ਆਪ ਜੀ ਦਾ ਹੀ ਬਖਸ਼ਿਆ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੋ ਜਾਣੀ। ਉਸ ਵਾਹਿਗੁਰੂ ਨੂੰ ਸਭ ਕੁਝ ਜਾਣਨਾ, ਇਵੇਂ ਆਪਾ ਭਾਵ ਤੋਂ ਅਭਾਵ ਹੋ ਜਾਣਾ। ਜੋ ਸ਼ਬਦ ਦੁਆਰਾ ਆਪਣੇ ਆਪ ਨੂੰ ਮਾਰ ਲੈਂਦੇ ਹਨ, ਉਹਨਾਂ ਨੂੰ ਸਭ ਕੁਝ ਸੁੱਝ ਜਾਂਦਾ ਹੈ। ਸਭ ਕੁਛ ਸੂਝਿਆ, ਉਹਨਾਂ ਨੂੰ ਸਾਰੀ ਗਿਆਤ ਆ ਜਾਂਦੀ ਹੈ। ਸੰਸਾਰ ਦਾ ਜਿਤਨਾ ਵੀ ਰੰਗਾ ਰੰਗਾਂ ਦੀ ਦੁਨੀਆ ਹੈ ਨਾ, ਇਹ ਜਗਤ ਨਾਸਵੰਤ ਉਹਨਾਂ ਨੂੰ ਸੁੱਝ ਜਾਂਦਾ ਹੈ। ਐਸੀ ਉਹਨਾਂ ਤੇ ਵਾਹਿਗੁਰੂ ਦੇ ਵੱਲੋਂ ਬਖਸ਼ਿਸ਼ ਹੋ ਜਾਂਦੀ ਹੈ। ਇਸ ਕਰਕੇ ਰਾਤ ਦਿਨ ਇੱਕ ਵਾਹਿਗੁਰੂ ਦੇ ਸਰੂਪ ਨੂੰ ਹਰ ਸਮੇਂ ਜਾਣਦੇ ਹਨ। ਜਿਸ ਨੂੰ ਨਦਰ ਕਰੇ ਸੋਈ ਜਨ ਬੁਝੈ। ਜਿਸ ਜੀਵ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਅਕਾਲ ਪੁਰਖ ਵਾਹਿਗੁਰੂ ਕਿਰਪਾ ਦੀ ਨਜ਼ਰ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਨੂੰ ਬੁੱਝਦਾ ਹੈ। ਉਹ ਗੁਰਮੁਖ ਪਿਆਰਾ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚੋਂ ਹੀ ਬੁੱਝ ਲੈਂਦਾ ਹੈ। ਹੋਰ ਕਹਿਣਾ ਕਥਨ ਨਾ ਜਾਈ। ਜੋ ਪਰਮੇਸ਼ਰ ਅਕਥ ਹੈ, ਹੋਰ ਕੋਈ ਉਸ ਪਰਮਾਤਮਾ ਨੂੰ ਕਥਨ ਨਹੀਂ ਕਰ ਸਕਦਾ। ਵਾਹਿਗੁਰੂ ਦੇ ਗੁਣ ਉਹ ਹੀ ਗਾ ਸਕਦਾ, ਪਰਮੇਸ਼ਰ ਜੀ ਦੀ ਤੋਂ ਆਪ ਕਿਰਪਾ ਕਰਕੇ ਗਵਾਵੇ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ।
ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਜਿਨ੍ਹਾਂ ਤੇ ਪਰਮੇਸ਼ਰ ਪਿਆਰ ਕਿਰਪਾ ਦੀ ਨਜ਼ਰ ਕਰਦਾ ਹੈ। ਨਾਨਕ ਨਾਮ ਰਤੇ ਸਦਾ ਬੈਰਾਗੀ। ਸੰਸਾਰ ਦੇ ਅੰਦਰ ਸਾਧ ਸੰਗਤ ਸੱਚੇ ਵੈਰਾਗਵਾਨ ਉਹ ਹਨ ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਵਿੱਚ ਹਰ ਸਮੇਂ ਜੁੜੇ ਰਹਿੰਦੇ ਹਨ। ਏਕ ਸ਼ਬਦ ਲਿਵ ਲਾਈ। ਅਤੇ ਉਹਨਾਂ ਗੁਰਮੁਖਾਂ ਨੇ ਇੱਕ ਵਾਹਿਗੁਰੂ ਦੇ ਸੱਚੇ ਸ਼ਬਦ ਦੇ ਨਾਲ ਹੀ ਲਿਵ ਲਾਈ ਹੈ। ਸਤਿਗੁਰਾਂ ਦੇ ਸੱਚੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਜੋੜੀ ਹੈ। ਕਿਵੇਂ ਵੈਰਾਗਵਾਨ ਹੋ ਗਏ। ਸੰਸਾਰ ਦੇ ਜਿੰਨੇ ਵੀ ਸੁੱਖ ਹਨ, ਪਦਾਰਥ ਹਨ, ਇਹਨਾਂ ਤੋਂ ਮਨ ਉਹਨਾਂ ਦਾ ਉਪਰਾਮ ਹੋ ਗਿਆ ਕਿ ਸਭ ਕੁਝ ਨਾਸਵੰਤ ਹੈ। ਕੇਵਲ ਇੱਕ ਪਰਮਾਤਮਾ ਵਾਹਿਗੁਰੂ ਦਾ ਨਾਮ ਸਦੀਵ ਕਾਲ ਵਾਸਤੇ ਸੱਚਾ ਹੈ। ਐਸਾ ਸੋਝੀ ਆਉਣੇ ਕਰਕੇ ਫਿਰ ਸੰਸਾਰ ਤੋਂ ਤਿੰਨਾਂ ਗੁਣਾਂ ਤੋਂ ਉਪਰਾਮ ਹੋ ਕੇ ਸਦਾ ਵੈਰਾਗੀ ਹੋ ਕੇ ਰਹਿੰਦੇ ਹੈ। ਵੈਰਾਗ ਵਿੱਚ ਭੇਜ ਕੇ ਹਰ ਸਮੇਂ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਹਨ। ਸਾਰਗ ਮਹੱਲਾ ਤੀਜਾ। ਮਨ ਮੇਰੇ ਹਰ ਕੀ ਅਕਥ ਕਹਾਣੀ। हे ਮੇਰੇ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਕਥਾ ਹੈ ਨਾ, ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਵਾਹਿਗੁਰੂ ਦੇ ਤੂੰ ਗੁਣਾਂ ਨੂੰ ਗਾਇਆ ਕਰ। ਫਿਰ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਿਆ ਕਰ। ਸਮਗਰ ਗੁਣ ਤਾਂ ਕਥਨ ਨਹੀਂ ਕੀਤੇ ਜਾ ਸਕਦੇ। हे ਮਨਾ, ਐਵੇਂ ਤੂੰ ਨੀਚਾ ਕਰਕੇ ਐਵੇਂ ਕਿਤੇ ਹੰਕਾਰ ਦੇ ਵਿੱਚ ਆ ਕੇ ਇਹ ਨਾ ਸਮਝ ਲਈ ਕਿ ਪਰਮਾਤਮਾ ਦੇ ਗੁਣਾਂ ਨੂੰ ਮੈਂ ਗਾ ਲਵਾਂਗਾ। हे ਮਨਾ, ਪ੍ਰਭ ਕੀ ਅਕਥ ਕਹਾਣੀ। ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਜਿਹੜੀ ਕਥਾ ਹੈ ਨਾ, ਉਹ ਕਥਨ ਤੋਂ ਰਹਿਤ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਕਥ ਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਤਾ ਨਹੀਂ ਕਰੋੜਾਂ ਕਰੋੜਾਂ ਕਿੰਨੇ ਕਿੰਨੇ ਸੰਸਾਰ ਦੇ ਅੰਦਰ ਕਥਨ ਕਰਨ ਵਾਲੇ ਥੱਕ ਹਾਰ ਗਏ, ਪਰ ਵਾਹਿਗੁਰੂ ਅਕਥ ਹੈ। ਉਹ ਨਾ ਕਿਸੇ ਤੋਂ ਵੀ ਕਥਿਆ ਗਿਆ, ਨਾ ਹੀ ਆਉਣ ਵਾਲੇ ਸਮੇਂ ਵਿੱਚ ਕਿਸੇ ਤੋਂ ਕਥਨ ਕੀਤਾ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਦੇ ਰਹੇ ਨੇ। ਮਨ ਮੇਰੇ ਹਰ ਕੀ ਅਕਥ ਕਹਾਣੀ। हे ਮਨਾ, ਵਾਹਿਗੁਰੂ ਦੀ ਕਥਾ ਅਕਥ ਹੈ। ਹਰ ਨਜ਼ਰ ਕਰੇ ਸੋਈ ਜਨ ਪਾਏ। ਪਰ ਮਹਾਰਾਜ ਕੋਈ ਤਾਂ ਵਾਹਿਗੁਰੂ ਦੀ ਕਥਾ ਨੂੰ ਕਥਨ ਕਰਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਨਦਰ ਕਰੇ, ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਦੀ ਨਜ਼ਰ ਕਰ ਦੇਵੇ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਤੱਕ ਦੇਵੇ, ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਗੁਰਮੁਖ ਵਿਰਲੇ ਜਾਣੀ। ਕੋਈ ਵਿਰਲੇ ਗੁਰਮੁਖ ਪਿਆਰਿਆਂ ਨੇ ਐਸੀ ਵਾਹਿਗੁਰੂ ਦੀ ਅਕਥ ਕਥਾ ਨੂੰ ਜਾਣਿਆ। ਨਹੀਂ ਤਾਂ ਹਰ ਕੋਈ ਕਹਿੰਦਾ ਕਿ ਮੈਂ ਰੱਬ ਦੇ ਗੁਣਾਂ ਨੂੰ ਗਾਉਂਦਾ, ਮੈਂ ਪਰਮੇਸ਼ਰ ਦੇ ਸਮਗਰ ਗੁਣਾਂ ਨੂੰ ਗਾ ਲਵਾਂਗਾ, ਹੰਕਾਰ ਦੇ ਕਰਕੇ। ਪਰ ਸਾਧ ਸੰਗਤ ਧੰਨ ਹੋ ਗੁਰਮੁਖ ਪਿਆਰੇ ਨੇ ਜੋ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਹਿ ਕੇ ਕਥਨ ਕਰਦੇ ਹਨ, ਜੋ ਹਰ ਸਮੇਂ ਬਾਰ-ਬਾਰ ਜੋਦਨੀਆਂ ਕਰਦੇ ਨੇ, हे ਪਰਮਾਤਮਾ ਜਿਹਵਾ ਏਕ ਕਮਲ ਗੁਣ ਕਹੀ ਹੈ। ਮਹਾਰਾਜ ਸਾਡੀ ਰਸਨਾ ਤਾਂ ਇੱਕ ਹੈ ਤੇ ਆਪ ਜੀ ਦੇ ਗੁਣ ਬੇਅੰਤ ਹਨ। ਕਿਹੜੇ ਕਿਹੜੇ ਗੁਣ ਅਸੀਂ ਕਥਨ ਕਰ ਸਕਾਂਗੇ। ਮਹਾਰਾਜ ਜੀਵਨ ਸਾਡਾ ਉਮਰਾਂ ਪੂਰੀ ਹੋ ਜਾਊਗੀ, ਪਰ ਪਰਮੇਸ਼ਰ ਆਪ ਜੀ ਦੇ ਗੁਣਾਂ ਨੂੰ ਪੂਰੀ ਤਰ੍ਹਾਂ ਅਸੀਂ ਨਹੀਂ ਕਥਨ ਕਰ ਸਕਾਂਗੇ। ਇਸ ਲਈ ਪਾਤਸ਼ਾਹ ਜੀ ਨੇ ਬਚਨ ਕੀਤਾ, ਹਰ ਨਦਰ ਕਰੇ ਸੋਈ ਜਨ ਪਾਏ, ਗੁਰਮੁਖ ਵਿਰਲੇ ਜਾਣੀ। ਵਿਰਲਿਆਂ ਹੀ ਗੁਰਮੁਖ ਪਿਆਰਿਆਂ ਨੇ ਐਸੀ ਸੋਝੀ ਨੂੰ ਗਿਆਤ ਨੂੰ ਜਾਣਨਾ ਕੀਤਾ ਹੈ। ਸਾਧ ਸੰਗਤ ਜਿਹਦੇ ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਦੀ ਨਜ਼ਰ ਕਰ ਦੇਵੇ, ਉਹ ਪਰਮਾਤਮਾ ਦੇ ਪਿਆਰੇ ਵਾਹਿਗੁਰੂ ਦੇ ਸਰੂਪ ਨੂੰ ਜਾਣਦੇ ਹਨ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਹਰ ਗਹਿਰ ਗੰਭੀਰ ਗੁਣੀ ਗਹੀਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਬੜਾ ਗਹਿਰ ਗੰਭੀਰ ਹੈ, ਨਿਰਹੱਲ ਹੈ, ਬਹੁਤ ਡੂੰਘਾ ਹੈ, ਅਥਾਹ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਗੁਣੀ ਗਹੀਰ, ਗੁਣਾਂ ਦਾ ਵੀ ਵੱਡਾ ਖਜ਼ਾਨਾ ਹੈ। ਗੁਰ ਕੈ ਸ਼ਬਦ ਪਛਾਨਿਆ। ਪਰ ਕਿਵੇਂ ਜਾਣਿਆ ਜਾਂਦਾ, ਕਿਵੇਂ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕੀਤੀ ਜਾਂਦੀ? ਗੁਰੂ ਦੇ ਸ਼ਬਦ ਦੁਆਰਾ। ਗੁਰਮੁਖ ਪਿਆਰੇ ਵਾਹਿਗੁਰੂ ਦੇ ਐਸੇ ਸਰੂਪ ਨੂੰ ਪਹਿਚਾਣਦੇ ਹਨ। ਵਿਦ ਕਰਮ ਕਰਹਿ ਭਾਏ ਦੂਜੈ। ਜਿਹੜੇ ਜਗਤ ਦੇ ਜੀਵ ਗੁਰਮਤਿ ਦੇ ਆਸ਼ੇ ਤੋਂ ਉਲਟ ਚੱਲ ਕੇ ਮਨ ਮੱਤਾਂ ਕਰਦੇ ਹਨ, ਔਰ ਜਾਂ ਕਰਮ ਕਾਂਡਾਂ ਰੂਪੀ ਬਹੁਤੀ ਤਰ੍ਹਾਂ ਕਰਕੇ ਸੰਸਾਰ ਦੇ ਕਰਮ ਕਰਦੇ ਹਨ,
ਅਨੇਕਾਂ ਤਰ੍ਹਾਂ ਕਰਕੇ ਦਵੈਸ਼ ਭਾਵਨਾ ਵਿੱਚ ਲੱਗ ਕਰਕੇ ਦੁਬਿਧਾ ਵਿੱਚ ਪੈ ਕੇ ਕਰਮ ਕਰਦੇ ਹਨ। ਵੇਦ ਸ਼ਬਦ ਹੈ ਬਉਰਾਨਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਉਹਨਾਂ ਨੂੰ ਬਉਰਾਨਿਆ ਝੱਲੇ ਜਾਣ ਨਾ ਕਰੋ। ਉਹਨਾਂ ਵਿੱਚ ਝੱਲਾਪਨ ਆਇਆ ਹੋਇਆ ਹੈ। ਜਿਵੇਂ ਝੱਲਾ ਮੂਰਖ ਬੇਸਮਝੇ ਮਨੁੱਖ ਨੂੰ ਕੁਝ ਪਤਾ ਨਹੀਂ ਹੁੰਦਾ ਮੈਂ ਕਿਹੜੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ, ਨਹੀਂ ਪਤਾ ਲੱਗਦਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਜਿਹੜੇ ਸਤਿਗੁਰੂ ਜੀ ਦਾ ਉਪਦੇਸ਼ ਨਹੀਂ ਧਾਰਨ ਕਰਦੇ, ਜਿਹੜੇ ਜੀਵ ਗੁਰਮੁਖ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ, ਸਤਿਗੁਰੂ ਜੀ ਦੇ ਬਚਨਾਂ ਨੂੰ ਵਿਸਾਰ ਦਿੰਦੇ ਹਨ, ਉਹਨਾਂ ਵੀ ਜਾਣੋ ਕਿ ਝੱਲਾਪਨ ਆਇਆ ਹੈ। ਬਉਰਾਨੇ ਆ, ਬੌਰਿਆਂ ਦੇ ਵਾਂਗ ਬਾਰ-ਬਾਰ ਆਨੇ ਆ, ਕਦੇ ਆ ਜਾਂਦੇ ਸੰਸਾਰ ਵਿੱਚ, ਕਦੇ ਚਲੇ ਜਾਂਦੇ, ਠੋਕਰਾਂ ਖਾਂਦੇ ਫਿਰਦੇ ਨੇ, ਕਦੇ ਕਿਸੇ ਪਾਸੇ ਭਟਕਦੇ, ਕਦੇ ਕਿਸੇ ਪਾਸੇ ਜਾਂਦੇ ਹਨ। ਸਾਧ ਸੰਗਤ ਵਾਹਿਗੁਰੂ ਦਾ ਨਾਮ ਰੂਪੀ ਜਲ ਹੈ। ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਤੀਰਥ ਦੇ ਉੱਪਰ ਜਿਹੜਾ ਅੰਤਰਮੁਖੀ ਹੋ ਕੇ ਇਸ਼ਨਾਨ ਕਰਦਾ ਹੈ, ਉਹ ਗੁਰਮੁਖ ਪਿਆਰਾ ਨਿਰਮਲ ਹੋ ਜਾਂਦਾ ਹੈ। ਉਹਨਾਂ ਦਾ ਮਨ ਸਦਾ ਹੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਮੂਲ ਕਹਿੰਦੇ ਨੇ ਕਦਾ ਚਿੱਤ ਵੀ, ਦੁਬਾਰਾ ਫਿਰ ਕਦੇ ਵੀ ਉਹਨਾਂ ਦਾ ਮਨ ਮੈਲਾ ਨਹੀਂ ਹੁੰਦਾ। ਨਿਰਮਲ ਹੋਣੇ ਕਰਕੇ ਪਰਮਾਤਮਾ ਵਾਹਿਗੁਰੂ ਜੀ ਦਾ ਹਿਰਦੇ ਵਿੱਚ ਨਿਵਾਸ ਹੋ ਜਾਂਦਾ ਹੈ। ਮਨ ਸ਼ੁੱਧ ਹੋਣੇ ਕਰਕੇ ਸ਼ੁੱਧ ਪਰਮਾਤਮਾ ਦਾ ਸਰੂਪ ਆ ਕੇ ਨਿਵਾਸ ਕਰਦਾ ਹੈ। ਹਿਰਦੇ ਵਿੱਚੋਂ ਪਾਪ ਕਰਮਾਂ ਦੀ, ਹੰਕਾਰ ਦੀ, ਮਲੀਨਤਾ ਦੀ ਗੰਦਗੀ ਦੂਰ ਹੋਣੇ ਕਰਕੇ ਫਿਰ ਸ਼ੁੱਧ ਸਰੂਪ ਪਰਮਾਤਮਾ ਆ ਕਰਕੇ ਨਿਵਾਸ ਕਰਦਾ ਹੈ। ਤੇ ਸਾਧ ਸੰਗਤ ਗੰਦੀ ਜਗ੍ਹਾ ਤੇ ਤਾਂ ਘਰ ਦੇ ਵਿੱਚ ਜਿਵੇਂ ਕੋਈ ਗੰਦਗੀ ਖਿਲਰੀ ਹੋਵੇ ਤੇ ਕੋਈ ਚੱਲ ਕਰਕੇ ਆ ਕੇ ਬੈਠੇਗਾ, ਨਹੀਂ ਬੈਠਦਾ ਕਿ ਤੇ ਗੰਦਗੀ ਖਿਲਰੀ ਹੋਈ ਇਸ ਥਾਂ ਤੇ ਮੈਂ ਕਿਉਂ ਬੈਠਾ। ਕੋਈ ਸਾਡਾ ਸਖਾ ਸੰਬੰਧੀ ਮਿੱਤਰ ਰਿਸ਼ਤੇਦਾਰ ਆਵੇ, ਮੈੜੀ ਕੁਚੈੜੀ ਜਗ੍ਹਾ ਤੇ ਜਿੱਥੇ ਗੰਦਗੀ ਖਿਲਰੀ ਹੋਵੇ ਨਹੀਂ ਬੈਠ ਕਰਕੇ ਖੁਸ਼ ਹੁੰਦਾ। ਸਾਡਾ ਆਪਣਾ ਹੀ ਚਿੱਤ ਨਹੀਂ ਬੈਠਣ ਨੂੰ ਕਰਦਾ ਤੇ ਕੋਈ ਬਾਹਰੋਂ ਕੋਈ ਸਾਡਾ ਸਖਾ ਸੰਬੰਧੀ ਆਵੇ ਉੱਥੇ ਕਿਵੇਂ ਬੈਠੇਗਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਪਰਮਾਤਮਾ ਦਾ ਜਿਹੜਾ ਸਰੂਪ ਹੈ ਨਾ ਸ਼ੁੱਧ ਹੈ, ਉਜਲ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪਾਪ ਕਰਮਾਂ ਦੀ ਮਲੀਨਤਾ, ਹੰਕਾਰ ਰੂਪੀ ਗੰਦਗੀ, ਵਿਸ਼ੇ ਵਿਕਾਰਾਂ ਦੇ ਕੁਕਰਮਾਂ ਰੂਪੀ ਜਿਹੜੀ ਗੰਦਗੀ ਖਿਲਰੀ ਹੋਏ, ਉੱਥੇ ਪਰਮਾਤਮਾ ਨਹੀਂ ਕਦੇ ਆ ਕਰਕੇ ਪ੍ਰਸੰਨ ਹੁੰਦਾ ਹੈ। ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਕਦੇ ਨਿਵਾਸ ਨਹੀਂ ਕਰਦਾ। ਪਰ ਜਿਨ੍ਹਾਂ ਨੇ ਨਾਮ ਰੂਪੀ ਤੀਰਥ ਤੇ ਆਪਣੇ ਮਨ ਦਾ ਇਸ਼ਨਾਨ ਕਰਵਾਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਸਦਾ ਵਾਸਤੇ ਨਿਰਮਲ ਹੋ ਗਿਆ। ਉਸ ਹਿਰਦੇ ਵਿੱਚ ਵਾਹਿਗੁਰੂ ਨੇ ਆ ਕੇ ਨਿਵਾਸ ਕੀਤਾ ਹੈ। ਨਾਮ ਬਿਨਾ ਸਭ ਜਗ ਹੈ ਮੈਲਾ। ਕਿਉਂਕਿ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਸਾਰਾ ਜਗਤ ਮੈਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮੈਲਾ ਬ੍ਰਹਮਾ, ਮੈਲਾ ਇੰਦ, ਮੈਲਾ ਰਬ, ਇਹ ਜਿੰਨੇ ਵੀ ਦੇਵੀ ਸ਼ਕਤੀਆਂ ਸਭ ਮਲੀਨਤਾ ਦੇ ਨਾਲ ਭਰੇ ਪਏ ਹਨ। ਜ਼ਿੰਦਗੀਆਂ ਦੇ ਵਿੱਚ ਕਲੰਕ ਲੱਗੇ ਹੋਏ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਇਹ ਸੰਸਾਰ ਦੀ ਕਿਸੇ ਨੂੰ ਮੋਹ ਮਮਤਾ ਨੇ ਮਾਰ ਦਿੱਤਾ ਹੈ। ਕੋਈ ਕਾਮ ਵਾਸਨਾ ਦੇ ਅਧੀਨ ਹੋ ਗਿਆ, ਕੋਈ ਲੋਭੀ ਬਣ ਗਿਆ, ਕੋਈ ਹੰਕਾਰੀ ਬਣ ਗਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਨਾਮ ਬਿਨਾ ਸਭ ਜਗ ਹੈ ਮੈਲਾ। ਜਗਤ ਵਿੱਚ ਹਰ ਕੋਈ ਮਲੀਨਤਾ ਦੇ ਨਾਲ ਭਰਿਆ ਪਿਆ ਹੈ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ। ਭਰਮ ਪਤ ਖੋਈ। ਕਿਉਂਕਿ ਦਵੈਸ਼ ਵਿੱਚ ਪੈਣੇ ਕਰਕੇ, ਦੁਚਿੱਤੇ ਪਣ ਦੇ ਵਿੱਚ ਪੈਣੇ ਦੇ ਨਾਲ ਜਿਹੜੇ ਭਰਮ ਸੰਸਾਰ ਦੇ ਪਏ ਹੋਏ ਹੈ, ਸੰਸਾਰ ਦੇ ਜੀਵਾਂ ਨੇ, ਜਗਤ ਦੇ ਲੋਕਾਂ ਨੇ ਸਾਧ ਸੰਗਤ ਆਪਣੀ ਪਦ ਇੱਜ਼ਤ ਖੋ ਲਈ ਹੈ, ਪਦ ਇੱਜ਼ਤ ਆਪਣੀ ਖਰਾਬ ਕਰ ਲੈਣਾ ਕੀਤੀ ਹੈ। ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ। ਪਰ ਸਾਧ ਸੰਗਤ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨੇ ਗਿਆਤ ਬਖਸ਼ਿਸ਼ ਕੀਤੀ ਹੈ, ਉਹ ਗੁਰਮੁਖ ਪਿਆਰੇ ਬਾਰ-ਬਾਰ ਬੇਨਤੀਆਂ ਕਰਦੇ ਨੇ, ਮਹਾਰਾਜ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ। ਕੀ ਸੰਸਾਰ ਦੇ ਅੰਦਰ ਪਦਾਰਥਾਂ ਨੂੰ ਦ੍ਰਿੜਾ ਇਕੱਤਰ ਕਰਨਾ ਕਰਾਂ, ਦ੍ਰਿੜਾ ਕਿਹਨਾਂ ਨੂੰ ਬਾਰ-ਬਾਰ ਸੰਸਾਰ ਦੇ ਜੀਵਾਂ ਨੂੰ ਚੇਤੇ ਕਰਾਂ ਜਿਹੜੇ ਹੈ ਹੀ ਨਾਸ਼ਵੰਤ ਹੈ। ਤੇ ਕਿਆ ਸੰਗ੍ਰਹਿ, ਸੰਗ੍ਰਹਿ ਹੁੰਦਾ ਹੈ ਸੰਚਿਤ ਕਰਨਾ, ਇਕੱਤਰ ਕਰਨਾ। ਪਦਾਰਥਾਂ ਦੇ ਕੀ ਬਾਰ-ਬਾਰ ਐਵੇਂ ਇਕੱਤਰਤਾ ਕਰਦਾ ਰਹਾ, ਫਿਰ ਵਿਕਾਰਾਂ ਦਾ ਕੀ ਤਿਆਗ ਕਰਨਾ ਕਰੀਏ। ਮੈਂ ਤਾਂ ਬੂਝ ਨਾ ਪਾਈ। ਮੈਂ ਤਾਂ ਬੂਝ ਨਾ ਪਾਈ। ਕਹਿੰਦੇ ਹਨ ਕਿ
ਮੈਂ ਜਿਹੜੀ ਮੈਂ ਮਮਤਾ ਹੈ ਨਾ, ਥੋੜੀ ਜਿੰਨੀ ਵੀ ਉਹਦੀ ਅਸਾਂ ਨੇ ਅੰਦਰ ਨਹੀਂ ਧਾਰਨ ਕਰਨਾ ਕੀਤਾ। ਮੈਂ ਤਾਂ ਬੂਝ ਨਾ ਪਾਈ, ਅਥਵਾ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅਬੁਝ ਸਰੂਪ ਹੈ ਨਾ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਬੁਝਿਆ ਹੈ। ਸਤ ਸੰਗਤ ਤੋਂ ਜਿਵੇਂ ਇੱਕ ਫਲਦਾਰ ਬੂਟਾ ਹੁੰਦਾ ਹੈ ਨਾ, ਫਲ ਦੇ ਨਾਲ ਭਰ ਜਾਵੇ ਤੇ ਫਿਰ ਝੁਕਣਾ ਸ਼ੁਰੂ ਹੋ ਜਾਂਦਾ ਹੈ। ਇਹਦਾ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਗਿਆਨ ਰੂਪੀ ਫਲ ਲੱਗ ਜਾਂਦਾ, ਉਹਦੇ ਨਾਲ ਝੁਕ ਜਾਂਦੇ ਹਨ। ਸ਼ੁਭ ਗੁਣਾਂ ਰੂਪੀ ਫਲ ਜਿਨ੍ਹਾਂ ਨੂੰ ਲੱਗ ਜਾਂਦਾ ਹੈ, ਉਹ ਫਿਰ ਝੁਕ ਕੇ ਨਿਮਰਤਾਵਾਨ ਹੋ ਕਰਕੇ ਰਹਿੰਦੇ ਹਨ। ਜਿਸ ਕਰਕੇ ਬਾਰ-ਬਾਰ ਉਹ ਬੇਨਤੀਆਂ ਕਰਦੇ ਨੇ, ਮਹਾਰਾਜ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ। ਹੇ ਵਾਹਿਗੁਰੂ, ਆਪ ਜੀ ਦੀ ਕਿਰਪਾ ਦੇ ਨਾਲ ਸਦਾ ਹੀ ਆਪ ਦੇ ਸਰੂਪ ਨੂੰ ਜਾਣਨਾ ਕੀਤਾ ਹੈ। ਇਸ ਲਈ ਉੱਥੇ ਤਾਂ ਫਿਰ ਵਿਕਾਰ ਹੀ ਨਹੀਂ ਕੋਈ ਹੈਗਾ, ਕੋਈ ਮਨ ਫੁਰਨਾ ਵੀ ਫੁਰਦਾ ਨਹੀਂ ਹੈ। ਫਿਰ ਤਿਆਗ ਕਾਹਦਾ ਕਰਨਾ ਹੈ? ਤੇ ਸੰਸਾਰ ਦੇ ਉਪਾਸਨਾ ਦਾ, ਪੂਜਾ ਦੀ ਇਕੱਤਰਤਾ, ਜਾਂ ਫਿਰ ਸੰਸਾਰ ਦੇ ਅੰਦਰ ਪਦਾਰਥਾਂ ਦੀ ਸੰਚਿਤਾ ਕਿਵੇਂ ਕਰਨੀ ਹੈ। ਓਹੇ ਦਇਆਲ ਕਿਰਪਾ ਕਰ ਹਰ ਜੀਓ। ਜਿਨ੍ਹਾਂ ਤੇ ਦਇਆ ਦੇ ਘਰ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਆਪ ਵਿਸ਼ੇਸ਼ ਕਰਕੇ ਰਹਿਮਤ ਕਰ ਦਿੱਤੀ ਹੈ। ਨਾਮੋ ਹੋਏ ਸਖਾਈ। ਵਾਹਿਗੁਰੂ ਦੇ ਨਾਮ ਦੁਆਰਾ ਹੀ ਸਾਧ ਸੰਗਤ ਉਹਨਾਂ ਨੇ ਸਖਾਈ, ਸੁਖਾਂ ਭਰੇ ਜੀਵਨ ਵਾਲੇ ਹੋਣਾ ਕੀਤਾ, ਅਥਵਾ ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਨਾਮੋ ਹੋਏ ਸਹਾਈ, ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਸੱਚੇ ਸਹਾਈ ਸਮਝਿਆ ਹੈ। ਕਰਮ ਵਿਧਾਤਾ। ਸੱਚਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਸਦੀਵ ਕਾਲ ਵਾਸਤੇ ਸੱਚ ਹੈ। ਫਿਰ ਸ਼੍ਰੋਮਣੀ ਦਾਤਾ ਹੈ, ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ। ਜਿਸ ਭਾਵੈ ਤਿਸ ਨਾਏ ਲਾਏ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਮ ਵਿਧਾਤਾ, ਫਿਰ ਕਰਮਾਂ ਅਨੁਸਾਰ ਫਲ ਦਾਤਾ ਵੀ ਪਰਮੇਸ਼ਰ ਆਪ ਹੈ। ਕਰਮਾਂ ਅਨੁਸਾਰ ਸਭ ਜੀਵਾਂ ਨੂੰ ਦਾਤਾ ਪ੍ਰਦਾਨ ਕਰਦਾ ਹੈ, ਪਰ ਜਿਸ ਭਾਵੈ ਤਿਸ ਨਾਏ ਲਾਏ। ਕਰਮਾਂ ਅਨੁਸਾਰ ਸਾਰੇ ਜੀਵਾਂ ਨੂੰ ਦਾਤਾ ਦਿੰਦਾ ਹੈ ਤੇ ਆਪਣੇ ਨਾਮ ਦੇ ਨਾਲ ਕਿਹਨਾਂ ਨੂੰ ਜੋੜਦਾ, ਜੋ ਪਰਮੇਸ਼ਰ ਨੂੰ ਭਾ ਜਾਂਦਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਹਨ। ਗੁਰੂ ਦੁਆਰੇ ਸੋਈ ਬੁਝੈ। ਉਹ ਗੁਰਮੁਖ ਪਿਆਰੇ ਉਹ ਹੀ ਸਤਿਗੁਰਾਂ ਦੀ ਸ਼ਰਨ ਧਾਰਨ ਕਰਕੇ ਗੁਰ ਉਪਦੇਸ਼ ਦੁਆਰਾ ਵਾਹਿਗੁਰੂ ਦੇ ਸਰੂਪ ਨੂੰ ਬੁੱਝਦੇ ਹਨ। ਪਰਮਾਤਮਾ ਜਿਨ੍ਹਾਂ ਨੂੰ ਆਪਣਾ ਸਰੂਪ ਬੁਝਾਉਣਾ ਚਾਹੇ, ਉਹ ਸਤਿਗੁਰਾਂ ਦੀ ਮਿਹਰ ਦੇ ਨਾਲ ਬੁੱਝ ਲੈਂਦੇ ਹਨ। ਸਾਧ ਸੰਗਤ ਮਨ ਦੀ ਐਸੀ ਹਾਲਤ ਹੈ, ਸੰਸਾਰ ਦੇ ਰੰਗਾਂ ਰੰਗਾਂ ਦੀ ਬਿਸਮਾਰਤਾ ਦੇਖ ਕੇ ਫਿਰ ਵੀ ਰੱਬ ਨੂੰ ਚੇਤੇ ਨਹੀਂ ਕਰਦਾ ਕਿ ਪ੍ਰਮਾਤਮਾ ਕਿੰਨੇ ਹੈਰਾਨ ਕਰ ਦੇਣ ਵਾਲੇ ਪਰਮੇਸ਼ਰ ਤੇਰੇ ਕੌਤਕ ਹੈ। ਚਾਹੇ ਤਾਂ ਭਿਖਾਰੀਆਂ ਨੂੰ ਰਾਜਾ ਬਣਾ ਦੇਵੇ, ਚਾਹੇ ਤਾਂ ਰਾਜਿਆਂ ਨੂੰ ਭਿਖਾਰੀ ਬਣਾ ਦੇਵੇ। ਮਹਾਰਾਜ ਬੇਅੰਤ ਆਪ ਜੀ ਦੇ ਕੌਤਕ ਹੈ, ਪਰ ਮਨ ਫੇਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚੇਤੇ ਨਹੀਂ ਕਰਦਾ। ਐਸੀ ਮਨ ਦੀ ਹਾਲਤ ਹੈ, ਜਗਤ ਦੀ ਮੋਹ ਮਮਤਾ ਰੂਪੀ ਪੜਦਾ ਪਿਆ ਹੈ, ਪਰਮਾਤਮਾ ਦੇ ਕੌਤਕ ਦੇਖਦਾ ਹੋਇਆ ਵੀ ਕਦੇ ਚੇਤੇ ਕਰਦਾ ਨਹੀਂ। ਆਵਾਗਾਉਣ ਸੰਸਾਰਾ। ਜਿਸ ਕਰਕੇ ਸੰਸਾਰ ਦਾ ਆਵਾਗਾਉਣ ਬਣਿਆ ਰਹਿੰਦਾ, ਰੱਬੀ ਗੁਣਾਂ ਨੂੰ ਕਦੇ ਯਾਦ ਨਹੀਂ ਕਰਦਾ। ਇਸ ਕਰਕੇ ਸੰਸਾਰ ਦੇ ਵਿੱਚ ਬਾਰ-ਬਾਰ ਆਉਂਦਾ ਤੇ ਜਾਂਦਾ ਹੈ। ਜੇ ਸਤਿਗੁਰੂ ਜੀ ਦੀ ਭਾਵਨਾ ਦੇ ਨਾਲ ਉਪਦੇਸ਼ ਮੰਨਣ ਰੂਪੀ ਸੇਵਾ ਕਮਾ ਲਵੇ, ਉਹ ਗੁਰਮੁਖ ਪਿਆਰਾ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲੈਂਦਾ ਹੈ ਅਤੇ ਮੋਕਸ਼ ਦਾ ਦੁਆਰ ਪ੍ਰਾਪਤ ਕਰ ਲੈਂਦਾ। ਫਿਰ ਬਾਰ-ਬਾਰ ਜਨਮ ਦਾ ਮਰਦਾ ਨਹੀਂ, ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਸਾਧ ਸੰਗਤ ਜਿਨ੍ਹਾਂ ਨੂੰ ਸਤ ਸੰਗਤ ਰੂਪੀ ਦਰ ਸੁੱਝ ਗਿਆ ਹੈ ਕਿ ਸਾਧ ਸੰਗਤ ਦੇ ਵਿੱਚ ਉਹ ਮੇਰੀ ਕਲਿਆਣ ਹੋਵੇਗੀ, ਅਥਵਾ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਰੂਪੀ ਦਰ ਸਮਝ ਲੈਣਾ ਕੀਤਾ ਹੈ, ਉਹ ਕਦੇ ਵੀ ਕਿਸੇ ਨਾਲ ਕੋਈ ਬੋਲ ਵਿਗਾੜ ਨਹੀਂ ਕਰਦੇ, ਕਦੇ ਨਾ ਵਿਗਾੜ ਹੈ, ਕਦੇ ਕਿਸੇ ਨਾਲ ਵਿਗਾੜ ਨਹੀਂ ਪਾਉਂਦੇ। ਜੋ ਪਰਮਾਤਮਾ ਦੇ ਸਰੂਪ ਨੂੰ ਬੁੱਝ ਲੈਂਦੇ ਹਨ, ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਨੂੰ ਦੇਖ ਲੈਂਦੇ ਹੈ, ਉਹ ਕਦੇ ਕਿਸੇ ਨਾਲ ਫਿਰ ਫਿੱਕੇ ਬੋਲ ਕਰਕੇ ਵਿਗਾੜ ਨਹੀਂ ਪਾਉਂਦੇ ਕਿ ਵਿਗਾੜ ਕਿਹਦੇ ਨਾਲ ਪਾਵਾਂ, ਇਹਦੇ ਵਿੱਚ ਵੀ ਤਾਂ ਰੱਬ ਹੀ ਵਸਦਾ ਹੈ। ਕਿਹਦੇ ਨਾਲ ਮੈਂ ਬੋਲ ਕਰਕੇ ਲੜਾਂ, ਕਿਹਦੇ ਨਾਲ ਮੈਂ ਵਿਗਾੜ ਪਾਵਾਂ।
ਜਿਹਦੇ ਨਾਲ ਬੋਲਾਂਗਾ ਉਹਦੇ ਵਿੱਚ ਵੀ ਰੱਬੀ ਜੋਤ ਵਰਤਦੀ ਹੈ। ਉਹ ਗੁਰਮੁਖ ਪਿਆਰੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਬ੍ਰਹਮ ਦੀ ਪਹਿਚਾਣ ਕਰਨ ਵਾਲੇ ਸਾਧ ਸੰਗਤ ਕਿਸੇ ਨਾਲ ਵਿਗਾੜ ਨਹੀਂ ਪਾਉਂਦੇ, ਸਤਿਗੁਰ ਬੂਝ ਬੁਝਾਈ। ਕਿਉਂਕਿ ਉਹਨਾਂ ਨੂੰ ਸਤਿਗੁਰਾਂ ਨੇ ਐਸੀ ਬੂਝ ਬੁਝਾ ਦਿੱਤੀ ਹੈ। ਨਾ ਬੁੱਝਣ ਵਾਲੀ ਗੱਲ ਸਤਿਗੁਰਾਂ ਨੇ ਸਮਝਾ ਦਿੱਤੀ ਹੈ ਕਿ ਭਲਿਆ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਮੈਂ ਸਭ ਜਗ ਦੇਖਿਆ ਕੌਣ ਭਲੇ ਕੋ ਮੰਦੇ। ਸੇ ਦਰ ਸੱਚ ਸੰਜਮ ਕਰਨੀ ਕਿਰਤ ਕਮਾਵਹਿ। ਜਿਨ੍ਹਾਂ ਨੇ ਸਾਧ ਸੰਗਤ ਸੱਚੇ ਪਰਮਾਤਮਾ ਦੇ ਨਾਲ ਜੁੜਨਾ ਕੀਤਾ ਹੈ ਤੇ ਸੰਜਮ ਇੰਦਰੀਆਂ ਦਾ ਦਮਨ ਕੀਤਾ ਹੈ, ਕਰਨੀ ਭਗਤੀ ਰੂਪ ਕਰਨੀ ਨੂੰ ਕਰਦੇ ਹਨ। ਆਵਣ ਜਾਣ ਰਹਾਈ। ਔਰ ਕਿਰਤ ਵੀ ਉਹਨਾਂ ਨੇ ਧਰਮ ਦੀ ਕਰਨਾ ਕੀਤੀ ਹੈ। ਚੰਗੇ ਕਰਮ ਉਹਨਾਂ ਗੁਰਮੁਖ ਪਿਆਰਿਆਂ ਨੇ ਕਮਾਏ ਨੇ। ਉਹਨਾਂ ਗੁਰਮੁਖ ਪਿਆਰਿਆਂ ਦਾ ਆਉਣਾ ਜਾਣਾ ਰਹਿ ਗਿਆ ਹੈ, ਜੰਮਣ ਮਰਨ ਤੋਂ ਰਹਿਤ ਹੋ ਗਏ ਹਨ। ਸੇ ਦਰ ਸਾਚੈ ਸਾਚ ਕਮਾਵਹਿ। ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਤੇ ਸੱਚੇ ਗਿਣੇ ਜਾਂਦੇ ਹਨ, ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਹਨ। ਗੁਰਮੁਖ ਸਾਚ ਆਧਾਰਾ। ਜਿਨ੍ਹਾਂ ਨੇ ਆਪਣਾ ਜੀਵਨ ਹੀ ਵਾਹਿਗੁਰੂ ਦੇ ਨਾਮ ਨੂੰ ਆਸਰਾ ਬਣਾ ਲਿਆ, ਐਸੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਤੇ ਸੱਚੇ ਗਿਣੇ ਜਾਂਦੇ ਹਨ। ਭਰਮ ਭੁਲਾਏ। ਪਰ ਜਿਹੜੇ ਮਾਦਾ ਪ੍ਰਸਤ ਬੇਮੁਖ ਹੋਏ ਹੋਏ ਜੀਵ ਹਨ, ਉਹਨਾਂ ਨੂੰ ਪ੍ਰਮਾਤਮਾ ਨੇ ਦਵੈਸ਼ ਭਾਵਨਾ ਵਿੱਚ ਪਾ ਕੇ ਜਗਤ ਦੀ ਮੋਹ ਮਮਤਾ ਲਗਾ ਕੇ ਉਹਨਾਂ ਨੂੰ ਆਪਣੇ ਸਰੂਪ ਤੋਂ ਸਦਾ ਹੀ ਭੁਲਾ ਛੱਡਿਆ ਹੈ। ਉਹ ਕਦੇ ਬੁੱਝ ਨਹੀਂ ਸਕਦੇ ਵਾਹਿਗੁਰੂ ਜੀ ਦੇ ਸਰੂਪ ਨੂੰ, ਕਿਉਂਕਿ ਸ਼ਬਦ ਦੇ ਵਿਚਾਰ ਤੋਂ ਹੀਣੇ ਹਨ। ਵਿਚਾਰ ਹੀਣੇ ਹੋਣ ਕਰਕੇ ਤੇ ਜਗਤ ਦੀ ਮੋਹ ਮਮਤਾ ਰੂਪੀ ਮੱਤ ਤੇ ਪੜਦਾ ਪੈਣੇ ਕਰਕੇ ਕਦੇ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਨਹੀਂ ਸਕਦੇ। ਆਪੇ ਗੁਰਮੁਖ ਆਪੇ ਦੇਵੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਮੁਖੀ ਗੁਰੂ ਰੂਪ ਹੋ ਕਰਕੇ ਉਪਦੇਸ਼ ਦਿੰਦਾ ਹੈ ਤੇ ਆਪ ਹੀ ਸਾਧ ਸੰਗਤ ਯੋਗ ਜਾਣ ਕਰਕੇ ਜਗਿਆਸੂ ਨੂੰ ਬਖਸ਼ਿਸ਼ ਕਰਦਾ ਹੈ। ਆਪੇ ਕਰ ਕਰ ਵੇਖੈ। ਅਤੇ ਪਰਮਾਤਮਾ ਆਪ ਹੀ ਆਪਣੀ ਸ੍ਰਿਸ਼ਟੀ ਨੂੰ ਪੈਦਾ ਕਰ ਕਰਕੇ ਆਪ ਹੀ ਪਰਵਰਿਸ਼ ਕਰਨ ਨੂੰ ਵੀ ਜੀਵਾਂ ਨੂੰ ਕਿਹੜੇ ਢੰਗ ਦੇ ਨਾਲ ਪਾਲਣਾ ਹੈ, ਕਿਹੜੇ ਕਿਹੜੇ ਢੰਗ ਦੇ ਨਾਲ ਜਗਤ ਦੇ ਜੀਵਾਂ ਨੂੰ ਰਿਜ਼ਕ ਦੇਣਾ ਹੈ, ਇਹ ਵਾਹਿਗੁਰੂ ਆਪ ਹੀ ਦੇਖ ਰੇਖ ਕਰਦਾ ਹੈ। ਨਾਨਕ ਸੇ ਜਨ ਥਾਏ ਪਏ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਨੇ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਤੇ ਸਰੂਪ ਰੂਪੀ ਥਾਂ ਵਿੱਚ ਜਾ ਕੇ ਪਏ ਹਨ। ਭਾਵ ਉਹ ਲੇਖੇ ਵਿੱਚ ਹਨ, ਪਰਮਾਤਮਾ ਦੀ ਗਿਣਤੀ ਵਿੱਚ ਹਨ, ਕਿਉਂਕਿ ਸਾਧ ਸੰਗਤ ਪਰਮੇਸ਼ਰ ਦੇ ਦਰ ਤੇ ਉਹ ਗੁਰਮੁਖ ਪਿਆਰੇ ਪ੍ਰਵਾਨ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜਗਤ ਵਿੱਚ ਆ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ, ਆਇਆ ਸਫਲਤਾ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਇਸ ਲਈ ਮਹਾਰਾਜ ਜੀ ਨੇ ਫਰਮਾਨ ਕੀਤਾ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਰੂਪੀ ਥਾਂ ਤੇ ਪਰਮੇਸ਼ਰ ਦੇ ਮੁਕਤੀ ਦਰ ਤੇ ਪ੍ਰਾਪਤ ਹੋਏ ਹਨ। ਜਿਨ ਕੀ ਪਤ ਪਾਵੈ ਲਿਖੈ। ਜਿਨ੍ਹਾਂ ਦੀ ਸੱਚੀ ਪਤ ਇੱਜ਼ਤ ਲੇਖੇ ਵਿੱਚ ਪਈ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੋ ਅਕਾਲ ਪੁਰਖ ਪਰਮੇਸ਼ਰ ਹੈ, ਸੰਸਾਰ ਦੇ ਸਭ ਜੀਵਾਂ ਦੀ ਸਾਧ ਸੰਗਤ ਅੰਦਰ ਦੇ ਜਾਣਦਾ ਹੈ। ਮਨੁੱਖ ਛਲ ਧਾਰਨ ਕਰਕੇ ਜਗਤ ਦੇ ਕਰਮ ਕਰਦਾ ਹੈ ਕਿ ਨਿਰਕਪਟ ਹੋ ਕਰਕੇ, ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕਰਕੇ, ਸੱਚਾ ਵੈਰਾਗ ਧਾਰਨ ਕਰਕੇ ਯਾਦ ਕਰਦਾ ਹੈ ਕਿ ਵਿਖਾਵੇ ਮਾਤਰ ਕਰਦਾ ਹੈ। ਸੰਸਾਰ ਦਾ ਭੇਖ ਦੇ ਨਾਲ ਪ੍ਰੇਮ ਤੇ ਭਜਨ ਵੀ ਕਰਦਾ ਹੈ ਕਿ ਇਕੱਲਾ ਭੇਖ ਧਾਰੀ ਹੈ। ਉਹ ਪਰਮੇਸ਼ਰ ਆਪ ਸਭ ਜੀਵਾਂ ਦੀ ਜਾਣਦਾ ਹੈ, ਉਹ ਸਭ ਕਾ ਕਰਤਾ, ਸਭ ਕੁਛ ਜਾਣਦਾ, ਉਹ ਪਰਮੇਸ਼ਰ ਅੰਤਰਜਾਮੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਹਿਰਦੇ ਦਾ ਪਿਆਰ ਪਰਮੇਸ਼ਰ ਵਾਹਿਗੁਰੂ ਜੀ ਨੇ ਦੇਖਿਆ ਹੈ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਸੱਚੀ ਪਤ ਇੱਜ਼ਤ ਦੇਖੇ ਵਿੱਚ ਪਾ ਦਿੱਤੀ ਹੈ। ਭਾਵ ਉਹ ਪਰਮੇਸ਼ਰ ਦੇ ਦਰ ਤੇ ਮੰਨੇ ਗਏ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਸਾਧ ਸੰਗਤ ਮੰਨਣ ਯੋਗ ਹੋਏ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਹ ਸਾਰੰਗ ਰਾਗ ਦੇ 3 ਸ਼ਬਦ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ 8 ਪੌੜੀਆਂ ਵਾਲੇ ਸ਼ਬਦਾਂ ਦੀ ਸਮਾਪਤੀ ਹੋਈ ਹੈ।
ਕੱਲ੍ਹ ਦੇ ਦੀਵਾਨਾਂ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਪ੍ਰਾਰੰਭਤਾ ਹੋਵੇਗੀ। ਸਮੇਂ ਸਿਰ ਪਹੁੰਚ ਕੇ ਸਰਵਣ ਕਰਕੇ ਗੁਰੂ ਸ਼ਬਦ ਦੀ ਵਿਚਾਰ ਲਾਹੇ ਪ੍ਰਾਪਤ ਕਰਨੇ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਣੇ। ਲੇਖੈ ਕਦਹਿ ਨਾ ਛੁਟੀਐ, ਖੇਨ ਖੇਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪੇ ਗੁਰਮੁਖ ਆਪੇ ਦੇਵੈ, ਆਪੇ ਕਰ ਕਰ ਵੇਖੈ। ਨਾਨਕ ਸੇ ਜਨ ਥਾਏ ਪਏ ਹੈ, ਜਿਨ ਕੀ ਪਤ ਪਾਵੈ ਲਿਖੈ। ਵਾਹਿਗੁਰੂ ਜੀ ਕਾ ਖਾਲਸਾ